ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਓ ਗੁਰੂ ਪਿਆਰੀ ਸਾਧ ਸੰਗਤ ਜੀਓ, ਸੰਗਤ ਰੂਪ ਵਿੱਚ ਜੁੜ ਕੇ ਸਤਿਗੁਰਾਂ ਦੀ ਬਾਣੀ ਦੀ ਵਿਚਾਰ ਕਰੀਏ। ਸਤਿਗੁਰਾਂ ਦੇ ਉਪਦੇਸ਼ ਨੂੰ ਸਮਝੀਏ, ਮੰਨੀਏ, ਕਮਾਉਣ ਦੀ ਕੋਸ਼ਿਸ਼ ਕਰੀਏ। ਆਪਾਂ ਵਿਚਾਰ ਰਹੇ ਹਾਂ ਬਾਣੀ ਆਸਾ ਰਾਗ ਦੇ ਵਿੱਚ, ਮਹੱਲੇ 5ਵੇਂ ਦੀ ਬਾਣੀ। ਆਪਾਂ ਵਿਚਾਰ ਰਹੇ ਸੀ ਉਸ ਦਿਨ ਕਿ ਜਿਸ ਕਾਰਜ ਨੂੰ ਆਪਾਂ ਆਏ ਹਾਂ ਉਸ ਨੂੰ ਅਸੀਂ ਕਰ ਨਹੀਂ ਰਹੇ, ਜਿਸ ਵਾਸਤੇ ਸਾਨੂੰ ਇਹ ਜੀਵਨ ਮਿਲਿਆ ਹੈ ਉਸ ਨੂੰ ਅਸੀਂ ਪ੍ਰਾਪਤ ਨਹੀਂ ਕਰ ਰਹੇ। ਤੇ ਪ੍ਰਾਪਤ ਕਰ ਵੀ ਕਿਵੇਂ ਸਕਦੇ ਹਾਂ ਜਦ ਤੱਕ ਪ੍ਰਭੂ ਸਾਡੇ ਤੇ ਦਇਆ ਨਹੀਂ ਕਰਦਾ। ਬਾਸ਼ਤ ਨਾਹੀ ਸੋ ਬੇਲਾ ਆਈ, ਬਿਨ ਹੁਕਮੈ ਕਿਉਂ ਬੁਝਾਈ। ਕਿਵੇਂ ਬੁਝਾਂਗੇ ਜਦ ਤੱਕ ਬੁਝਾਉਂਦਾ ਨਹੀਂ ਸਾਨੂੰ, ਉਸ ਦੇ ਹੁਕਮ ਤੋਂ ਬਿਨਾਂ ਨਹੀਂ ਬੁਝ ਸਕਦੇ। ਠੰਡੀ ਤਾਤੀ ਮਿੱਟੀ ਖਾਈ। ਠੰਡੀ ਤੇ ਤਾਤੀ ਦੋ ਆਪਣਾ ਧਿਆਨ ਮਾਰਗ ਨੇ। ਇੱਧਰੋਂ ਜਿਹੜੀ ਸਾਡੀ ਦ੍ਰਿਸ਼ਟੀ ਹੈ ਸੱਜੇ ਪਾਸੇ, ਇੱਧਰ ਤਤੀ ਹੈ। ਜੋ ਇੱਧਰੋਂ ਧਿਆਨ ਚੱਲਦਾ ਕਿਉਂਕਿ ਸੂਰਜ ਹੈ, ਇੱਧਰ ਖੱਬੇ ਚੰਦਰਮਾ ਹੈ, ਇੱਧਰ ਠੰਡਾ ਹੈ, ਅਤੇ ਉਸ ਦੇ ਵਿਚਾਲੇ ਇਹ ਆ ਗਿਆ ਹੈ ਜੋ ਕਿ ਜਿਵੇਂ ਇੱਕ ਮਿੱਟੀ ਦੀ ਢੇਰੀ ਆ ਜਾਵੇ, ਖਾਈ ਆ ਜਾਵੇ, ਪਾਣੀ ਨੂੰ ਇੱਕ ਤੋਂ ਦੋ ਹਾਸੇ ਨੂੰ ਵੰਡ ਦਿੰਦੀ ਹੈ। ਇੱਦਾਂ ਹੀ ਦੋ ਹੋ ਗਏ। ਜਦੋਂ ਇਹ ਫਿਰ ਮਿਟ ਜਾਂਦਾ ਹੈ ਫਿਰ ਇੱਕ ਹੋ ਜਾਂਦੇ ਹਾਂ। ਫਿਰ ਸਾਨੂੰ ਆਪਣੇ ਆਪ ਦਾ ਗਿਆਨ ਹੁੰਦਾ ਹੈ, ਸਾਨੂੰ ਆਪਣੀ ਜੋਤ ਦਾ, ਕਿਉਂਕਿ ਜਦ ਤੱਕ ਦੋ ਜੋਤਾਂ ਨੇ ਸਾਨੂੰ ਗਿਆਨ ਨਹੀਂ ਹੈ। ਜਦੋਂ ਸਾਡੀ ਦੋਨਾਂ ਜੋਤਾਂ ਤੋਂ ਇੱਕ ਹੋ ਜਾਂਦੀ ਹੈ ਫਿਰ ਸਾਨੂੰ ਆਪੇ ਦਾ ਗਿਆਨ ਹੋ ਜਾਂਦਾ ਹੈ, ਆਪਣੇ ਮਨ ਦਾ ਗਿਆਨ ਹੋ ਜਾਂਦਾ ਹੈ, ਪ੍ਰਭੂ ਦਾ ਗਿਆਨ ਹੋ ਜਾਂਦਾ ਹੈ, ਜਿਹੜਾ ਕਿ ਪ੍ਰਕਾਸ਼ ਰੂਪ ਹੈ। ਨਾ ਉਹ ਬੱਚਾ ਹੈ, ਨਾ ਉਹ ਬੁੱਢਾ ਹੈ, ਨਾ ਉਹ ਬਾਲਾ ਬੁੱਢਾ ਭਾਈ। ਨਾਨਕ ਦਾ ਸਾਧ ਸਰਨਾਈ, ਗੁਰ ਪ੍ਰਸਾਦ ਪਾਉ ਪਰ ਪਰਾਈ। ਪਰ ਇਹ ਕਦੋਂ ਹੁੰਦਾ ਹੈ? ਜੇ ਅਸੀਂ ਸਾਧੂ ਜਨਾਂ ਦਾ ਸੰਗ ਕਰਦੇ ਹਾਂ, ਸਾਧ ਜਨਾਂ ਦੀ ਸ਼ਰਨ ਦੇ ਵੀ ਜਾਂਦੇ ਹਾਂ, ਅਤੇ ਉਹ ਸਾਨੂੰ ਗੁਰ ਦਾ ਗਿਆਨ ਦੇ ਕੇ ਇਹ ਭਵ ਸਾਗਰ ਤੋਂ ਪਾਰ ਕਰ ਦਿੰਦਾ ਹੈ, ਜਿੱਥੇ ਸਾਡਾ ਦੁਬਦਾ ਦੁਚਿੱਤੀ ਮਿਟ ਜਾਂਦੀ ਹੈ, ਪਰਮ ਦੀ ਕਾਈ ਮਿਟ ਜਾਂਦੀ ਹੈ, ਅਤੇ ਫਿਰ ਸਾਨੂੰ ਆਪੇ ਦਾ ਗਿਆਨ ਹੁੰਦਾ ਹੈ। ਇੱਥੇ ਤੱਕ ਆਪਾਂ ਵਿਚਾਰ ਕੀਤੀ ਸੀ ਉਸ ਦਿਨ। ਆਓ ਅਗਲੇ ਸ਼ਬਦ ਦੀ ਵਿਚਾਰ ਕਰਦੇ ਹਾਂ। ਆਸਾ ਮਹੱਲਾ 5ਵਾਂ, ਆਸਾ ਰਾਗ ਦੇ ਵਿੱਚ ਮਹੱਲੇ 5ਵੇਂ ਦੀ ਬਾਣੀ। ਰਹੋ ਪੰਕਤੀਆਂ ਨੇ। ਰਾਮ ਨਾਮ ਨਿਤ ਜਪ ਮਨ ਮੇਰੇ, ਕਹੇ ਮੇਰੇ ਮਨ। ਨਿਤ ਹੀ ਰਾਮ ਨਾਮ ਨੂੰ ਜਪ। ਫਿਰ ਕੀ ਹੋਏਗਾ ਉਸ ਦੇ ਨਾਲ? ਸੀਤਲ ਸ਼ਾਂਤ ਸਦਾ ਸੁਖ ਪਾਵੇ। ਤੂੰ ਸ਼ਾਂਤ ਰਹੇਗਾ, ਸੀਤਲ ਰਹੇਗਾ, ਕਿਉਂਕਿ ਕਲਯੁਗ ਤੱਤਾ ਹੈ ਤੇ ਨਾਮ ਠੰਡਾ ਹੈ। ਇਸ ਕਰਕੇ ਤੂੰ ਸ਼ੀਤਲ ਹੋ ਜਾਏਗਾ, ਸ਼ਾਂਤ ਹੋ ਜਾਏਗਾ। ਸੁਖ ਪਾਵੈ ਕਿਲ ਵਿਖ ਜਾਹੇ ਸਭੈ ਮਨ ਤੇਰੇ। ਤੇਰੇ ਪਾਪਾਂ ਨੂੰ ਤੇਰੇ ਮਨ ਨੂੰ ਜਿਹੜੀ ਪਾਪਾਂ ਦੀ ਮੈਲ ਲੱਗੀ ਹੈ, ਹਉਮੈ ਦੀ ਮੈਲ ਲੱਗੀ ਹੈ, ਉਹ ਤੇਰੀ ਸਾਰੀ ਖਤਮ ਹੋ ਜਾਏਗੀ। ਤੂੰ ਨਿਰਮਲ ਹੋ ਜਾਏਗਾ, ਤੂੰ ਸ਼ਾਂਤ ਹੋ ਜਾਏਗਾ, ਤੂੰ ਸ਼ੀਤਲ ਹੋ ਜਾਏਗਾ। ਪਰ ਨਿਤ ਨਾਮ ਨੂੰ ਜਪ ਕੇ। ਇਸ ਕਰਕੇ ਹੈ ਮੇਰੇ ਮਨ, ਤੂੰ ਨਿਤ ਨਾਮ ਜਪ। ਇਹਦੇ ਨਾਲ ਤੂੰ ਸ਼ੀਤਲ ਹੋਏਗਾ, ਸ਼ਾਂਤ ਹੋਏਗਾ, ਤੈਨੂੰ ਸੁੱਖ ਪ੍ਰਾਪਤ ਹੋਏਗਾ। ਤੈਨੂੰ ਲੱਗੀ ਪਾਪਾਂ ਦੀ ਮੈਲ
ਉਤਰ ਜਾਏਗੀ। ਇਹ ਰਹੋ ਪੰਕਤੀਆਂ ਨੇ ਸ਼ਬਦ ਦੀਆਂ। ਆਓ ਹੁਣ ਸ਼ਬਦ ਸ਼ੁਰੂ ਕਰਦੇ ਹਾਂ। ਜਪਣਾ ਕਿੱਥੇ ਹੈ? ਜਪਣਾ ਕੀ ਹੁੰਦਾ ਹੈ? ਸਿੱਖਣਾ, ਗਿਆਨ ਲੈਣਾ। ਜਿਵੇਂ ਸੰਗਤ 'ਚ ਸਕੂਲ 'ਚ ਜਾਂਦੇ ਹਾਂ, ਸਕੂਲ 'ਚ ਸਿੱਖਦੇ ਹਾਂ, ਇੱਦਾਂ ਹੀ ਇੱਥੇ ਸਾਧੂ ਜਨਾਂ ਦੀ ਸੰਗਤ ਜਾ ਕੇ ਸਿੱਖਣਾ ਹੁੰਦਾ ਹੈ। ਸਮਝਾਉਂਦੇ ਨੇ ਸਦਾ ਸਦਾ ਆਤਮ ਪ੍ਰਗਾਸ, ਵੀ ਜਿਸ ਜੀਵ ਨੂੰ ਸਦਾ ਹੀ ਪ੍ਰਕਾਸ਼ ਹੈ। ਇੱਕ ਮਨ ਪ੍ਰਕਾਸ਼ ਹੈ, ਇੱਕ ਆਤਮ ਪ੍ਰਕਾਸ਼ ਹੈ, ਇੱਕ ਫਿਰ ਪਾਰ ਬ੍ਰਹਮ ਪ੍ਰਕਾਸ਼ ਹੁੰਦਾ ਹੈ। ਇੱਕ ਮਨ ਦਾ ਪ੍ਰਕਾਸ਼, ਬ੍ਰਹਮ ਦਾ ਪ੍ਰਕਾਸ਼, ਪਾਰ ਬ੍ਰਹਮ ਦਾ ਪ੍ਰਕਾਸ਼, ਇੱਦਾਂ ਮਨ ਦਾ ਪ੍ਰਕਾਸ਼। ਫਿਰ ਆਤਮ ਪ੍ਰਕਾਸ਼, ਨਾਮ ਵੀ ਪ੍ਰਕਾਸ਼ ਹੈ। ਫਿਰ ਪਰਮੇਸ਼ਰ ਦਾ ਪ੍ਰਕਾਸ਼। ਹੁਣ ਇੱਥੇ ਦੱਸਿਆ ਹੈ ਵੀ ਜਿਨ੍ਹਾਂ ਨੂੰ ਸਦਾ ਆਤਮ ਪ੍ਰਕਾਸ਼ ਹੈ। ਸਾਧ ਸੰਗਤ ਹਰ ਚਰਨ ਨਿਵਾਸ, ਕਿਉਂਕਿ ਉੱਥੇ ਜਿੱਥੇ ਪ੍ਰਕਾਸ਼ ਹੈ, ਪ੍ਰਕਾਸ਼ ਕੌਣ ਹੈ? ਪਰਮੇਸ਼ਰ, ਆਤਮ, ਪਰਮਾਤਮ ਇੱਕ ਹੈ। ਤੇ ਉੱਥੇ ਫਿਰ ਆਪ ਹਰੀ ਦਾ ਵਾਸਾ ਹੈ। ਸਾਧ ਸੰਗਤ ਹਰ ਚਰਨ ਨਿਵਾਸ, ਕਹਿੰਦੇ ਉੱਥੇ ਜਾ ਕੇ ਹਰੀ ਦੇ ਚਰਨਾਂ ਦੇ ਵਿੱਚ ਨਿਵਾਸ ਕਰ, ਕਿਉਂਕਿ ਉੱਥੇ ਆਪ ਹਰੀ ਪ੍ਰਗਟ ਹੈ। ਉੱਥੇ ਜਾ ਕੇ ਇਹ ਗਿਆਨ ਲੈ, ਉੱਥੇ ਜਾ ਕੇ ਤੂੰ ਧਿਆ ਮਾਲਕ ਨੂੰ ਸੁਣ, ਕਿਵੇਂ ਆਪਾਂ ਪ੍ਰਭੂ ਨੂੰ ਮਿਲਣਾ ਹੈ। ਜਿਹਦੇ ਨਾਲ ਮਨ ਸ਼ਾਂਤ ਹੋਏਗਾ, ਕਿਲ ਵਿਖ ਉਤਰ ਜਾਏਗੀ, ਸੁਖ ਪ੍ਰਾਪਤ ਹੋਏਗਾ। ਕਹੋ ਨਾਨਕ ਜਾ ਕੇ ਪੂਰਨ ਕਰਮ। ਤੇ ਸਤਿਗੁਰ ਸਮਝਾਉਂਦੇ ਨੇ ਕਿ ਜਿਸ ਜੀਵ ਦੇ ਪੂਰਨ ਕਰਮ ਨੇ, ਸਤਿਗੁਰ ਭੇਟੇ ਪੂਰਨ ਪਾਰ ਬ੍ਰਹਮ, ਉਸ ਨੂੰ ਪੂਰਨ ਪਾਰ ਬ੍ਰਹਮ ਦਾ ਮਿਲਾਪ ਹੁੰਦਾ ਹੈ। ਉਸ ਨੂੰ ਸਤਿਗੁਰ ਦਾ ਮਿਲਾਪ ਹੋ ਜਾਂਦਾ ਹੈ। ਸਤਿਗੁਰ ਕੀ ਹੈ? ਆਤਮ। ਤੇ ਪੂਰਨ ਬ੍ਰਹਮ ਜਿਸ ਨੂੰ ਕਿਹਾ ਹੈ ਪਰਮਾਤਮ, ਉਸ ਜਿਹਦੇ ਪੂਰੇ ਕਰਮ ਨੇ, ਉਸ ਨੂੰ ਇਹ ਪ੍ਰਾਪਤ ਹੁੰਦਾ ਹੈ। ਐਸੇ ਜਨਾਂ ਦੀ ਸੰਗਤ ਜਾ ਕੇ, ਹੇ ਮੇਰੇ ਮਨ, ਤੂੰ ਫਿਰ ਉਸ ਪ੍ਰਭੂ ਨੂੰ ਜਪ। ਕਿਉਂਕਿ ਜਿਵੇਂ ਸਕੂਲ 'ਚ ਜਾ ਕੇ ਬੱਚੇ ਨੂੰ ਆਪਾਂ ਭੇਜਦੇ ਹਾਂ ਕਿ ਸਕੂਲ 'ਚ ਜਾ ਕੇ ਸਿੱਖ, ਪੜ੍ਹ, ਇੱਦਾਂ ਹੀ ਇੱਥੇ ਬਾਣੀ ਸਤਿਗੁਰੂ ਸਮਝਾਉਂਦੇ ਨੇ ਕਿ ਸੰਗਤ ਦੇ ਵਿੱਚ, ਪਰ ਐਸੀ ਸੰਗਤ ਜਿੱਥੇ ਆਪ ਹਰੀ ਦਾ ਵਾਸਾ ਹੈ। ਵਿੱਚ ਸੰਗਤ ਹਰ ਪ੍ਰਭ ਬਸੇ ਜੀਓ। ਕਿੱਥੇ ਵਸਦਾ ਹੈ? ਜਿਹਦੇ ਪੂਰੇ ਕਰਮ ਨੇ, ਜਿਹਨੂੰ ਆਪ ਪਰਮੇਸ਼ਰ ਦਾ ਮਿਲਾਪ ਹੁੰਦਾ ਹੈ, ਸਤਿਗੁਰ ਆਪ ਭੇਟਦਾ ਹੈ। ਉੱਥੇ ਜਾ ਕੇ ਇਸ ਨੂੰ ਕਰ। ਆਓ ਇਹ ਜਿਹੜਾ ਸੀ ਆਪਾਂ ਵਿਚਾਰ ਰਹੇ ਸੀ, ਦੂਜਾ ਘਰ। ਜਿਵੇਂ ਘਰ ਆਉਂਦੇ ਨੇ ਬਾਣੀ ਦੇ ਵਿੱਚ, ਘਰ ਪਹਿਲਾ, ਘਰ ਦੂਜਾ। ਇਹ ਜਿਹੜੇ ਦੂਜੇ ਘਰ ਦੇ 34 ਸ਼ਬਦ ਸੀ ਜਿਹੜੇ ਆਪਾਂ ਵਿਚਾਰ ਕੇ ਆਏ ਹਾਂ। ਆਓ ਹੁਣ ਆਪਾਂ ਇਸ ਤੋਂ ਅੱਗੇ ਸ਼ੁਰੂ ਕਰਦੇ ਹਾਂ। ਅੱਗੇ ਫਿਰ ਆਸਾ ਮਹੱਲਾ ਪੰਜਵਾਂ। ਆਸਾ ਰਾਗ ਦੇ ਵਿੱਚ ਮਹੱਲੇ ਪੰਜਵੇਂ ਦਾ ਸ਼ਬਦ ਹੈ। ਰਹੋ ਪੰਕਤੀਆਂ ਨੇ। ਜਾ ਕਾ ਹਰ ਸੁਆਮੀ ਪ੍ਰਭ ਬੇਲੀ, ਵੀ ਜਿਸ ਦਾ ਬੇਲੀ, ਬੇਲੀ ਕਹਿ ਦਿੰਦੇ ਮਿੱਤਰ ਨੂੰ, ਸੱਜਣ ਨੂੰ, ਕਿ ਜਿਸ ਜੀਵ ਦਾ ਪਰਮੇਸ਼ਰ ਆਪ ਬੇਲੀ ਬਣ ਜਾਂਦਾ ਹੈ, ਮਿੱਤਰ ਬਣ ਜਾਂਦਾ ਹੈ, ਸੁਆਮੀ ਬਣ ਜਾਂਦਾ ਹੈ, ਸੋ ਬਣ ਜਾਂਦਾ ਹੈ। ਪੀੜ ਗਈ ਫਿਰ ਨਹੀਂ ਦੁਹੇਲੀ, ਕਹਿੰਦੇ ਉਸ ਦਾ ਜਿਹੜਾ ਦੁੱਖ ਦਰਦ ਉਹ ਖਤਮ ਹੋ ਗਿਆ। ਹੁਣ ਦੁਬਾਰਾ ਉਸ ਨੂੰ ਦੁੱਖ ਦਰਦ ਨਹੀਂ ਹੋਏਗਾ। ਮਨ ਨੂੰ ਜਿਹੜਾ ਵਿਛੋੜੇ ਦਾ ਦੁੱਖ ਹੈ ਇਹ ਖਤਮ ਹੋ ਜਾਏਗਾ। ਜਨਮ ਮਰਨ ਦਾ ਦੁੱਖ ਖਤਮ ਹੋ ਜਾਏਗਾ, ਕਿਉਂਕਿ ਮਨ ਨੂੰ ਜਿਹੜੇ ਦੁੱਖ ਲੱਗੇ ਨੇ ਉਹ ਵਿਛੋੜੇ ਦਾ ਹੈ, ਜਮਾ ਦਾ ਡਰ ਹੈ, ਤੇ ਨਾਮ ਨਾ ਮਿਲਣ ਕਰਕੇ ਭੁੱਖਾ ਹੈ।
क्योंकि इसका भोजन नाम है। वो फिर इसका खत्म हो जाएगा जदों वो प्रभु साडा बेली बन जाता है। पर वो किवें बनदा, वो आपां पहले शब्द 'च ही दस के आए हाँ कि त्याउण दे नाल ही होएगा। ਇਹ ਰਹੋ ਪੰਕਤੀਆਂ ਸੀ। ਕਰ ਕਿਰਪਾ ਚਰਨ ਸੰਗ ਮੇਲੀ। ਜਦੋਂ ਕਿਰਪਾ ਕਰਦਾ ਹੈ ਆਪ ਆਪਣੇ ਚਰਨਾਂ ਨਾਲ ਜੋੜ ਲੈਂਦਾ ਹੈ। ਸੂਖ ਸਹਿਜ ਆਨੰਦ ਸਹੇਲੀ। ਫਿਰ ਸੁੱਖ ਸਹਿਜ ਆਨੰਦ ਸਦਾ ਹੀ ਸੁਹੇਲਾ ਜੀਵਨ ਹੋ ਜਾਂਦਾ ਹੈ, ਕਿਉਂਕਿ ਉੱਥੇ ਪਤੀ ਕਹਿ ਦਿੱਤਾ, ਸੁਆਮੀ ਕਹਿ ਦਿੱਤਾ ਹੈ, ਬੇਲੀ ਕਹਿ ਦਿੱਤਾ ਹੈ। ਇਸ ਕਰਕੇ ਸਾਨੂੰ ਇੱਥੇ ਕਾਮਨ ਦੇ ਰੂਪ ਦੇ ਵਿੱਚ ਪੁਕਾਰਿਆ ਗਿਆ ਹੈ। ਸੁਹੇਲੀ, ਸੁਹੇਲਾ, ਜੇ ਪੁਰਖ ਦੇ ਰੂਪ 'ਚ ਉੱਥੇ ਸੁਹੇਲਾ ਹੋਣਾ ਸੀ, ਇੱਥੇ ਸੁਹੇਲੀ ਹੈ। ਇਸ ਕਰਕੇ ਸੂਖ ਸਹਿਜ ਆਨੰਦ ਸੁਹੇਲੀ। ਸੁਹੇਲੀ ਹੁੰਦਾ ਸੁਖੀ ਜੀਵਨ। ਸਾਧ ਸੰਗ ਗੁਣ ਗਾਏ ਅਤੋਲੀ। ਕਿਵੇਂ ਹੁੰਦਾ ਇਹ? ਕਹਿੰਦੇ ਸਾਧ ਸੰਗ, ਸਾਧ ਜਨਾਂ ਦੇ ਸੰਗ ਗੁਣ ਗਾਉਣੇ ਨੇ। ਕਿਹੜੇ? ਅਤੋਲੇ, ਅਮੋਲੇ, ਜਿਹੜੇ ਲਿਖਣ ਦੇ ਵਿੱਚ ਨਹੀਂ, ਜਿਸ ਨੂੰ ਨਿਰਮਲ ਵੀ ਕਿਹਾ ਹੈ, ਜਿਹੜੇ ਲਿਖੇ ਨਹੀਂ ਜਾਂਦੇ, ਜਿਹੜਾ ਧਿਆਨ ਮਾਰਗ ਹੈ। ਅਸਲੀ ਗੁਣ ਹੈ ਜਿਹੜਾ ਧਿਆਨ ਮਾਰਗ ਹੈ, ਜਿਹੜਾ ਆਪਾਂ ਬਾਅਦ ਦੇ ਵਿੱਚ ਧਿਆਨ ਦਾ ਕਰਦੇ ਹਾਂ। ਉਹ ਅਤੁੱਲ ਹੈ, ਅਮੋਲ ਹੈ। ਤੋਲ ਨਾ ਤੁਲੀ ਹੈ, ਮੋਲ ਨਾ ਮਿਲੀ ਹੈ। ਹਰ ਸਿਮਰਤ ਨਾਨਕ ਭਈ ਅਮੋਲੀ। ਤੇ ਸਮਝਾਉਂਦੇ ਨੇ ਹਰੀ ਦੇ ਸਿਮਰਨ ਦੇ ਨਾਲ ਜਿਹੜੇ ਜੀਵ ਫਿਰ ਅਮੋਲੇ ਹੋ ਜਾਂਦੇ ਨੇ, ਜਿਹੜੇ ਅਮੁੱਲ ਹੋ ਜਾਂਦੇ ਨੇ, ਜਿਨ੍ਹਾਂ ਦੀ ਕੋਈ ਕੀਮਤ ਨਹੀਂ ਹੈ, ਉਹ ਫਿਰ ਉਹਨਾਂ ਦਾ ਸੰਗ ਕਰਕੇ ਹੀ ਉਹ ਗੁਣ ਗਾਉਂਦੇ ਹਾਂ, ਜਿਹਦੇ ਨਾਲ ਫਿਰ ਸਾਡਾ ਜਨਮ ਸੁਖੀ ਹੁੰਦਾ ਹੈ। ਕਿਉਂਕਿ ਉੱਥੇ ਆ ਵਸਦਾ ਹੈ, ਆਪ ਸਾਨੂੰ ਆਪਣੇ ਬਣਾ ਲੈਂਦਾ ਹੈ। ਜਿਹੜਾ ਵੀ ਜੀਵ ਪ੍ਰਭੂ ਦੀ ਸ਼ਰਨ ਜਾਂਦਾ ਹੈ ਕਿ ਪ੍ਰਭੂ ਜੋ ਹੈ ਕਿਰਪਾਲੂ ਹੈ, ਦਿਆਲੂ ਹੈ, ਪਰ ਉਸ ਦੀ ਸ਼ਰਨ ਦੇ ਵਿੱਚ ਜਾਵੇ ਜੀਵ, ਉਸ ਦੇ ਵਾਸਤੇ ਨਾ ਕੋਈ ਹੋਰ ਇੱਛਾਵਾਂ ਰੱਖ ਕੇ, ਸਿਰਫ ਉਸ ਨੂੰ ਲੋੜੇ, ਉਸ ਨੂੰ ਲੋਚੇ, ਫਿਰ ਉਹ ਆਪਣਾ ਬਣਾ ਲੈਂਦਾ ਹੈ। ਕਿਉਂਕਿ ਹੁਣ ਜਿਹੜਾ ਆਪਾਂ ਦੇਖਦੇ ਹਾਂ ਸੰਸਾਰ ਦੇ ਵਿੱਚ, ਕਿ ਸੰਸਾਰ ਦੇ ਵਿੱਚ ਹਰ ਕੋਈ ਜੀਵ ਕਿਸੇ ਨਾ ਕਿਸੇ ਲਾਲਚ ਕਰਕੇ ਦੂਜੇ ਨਾਲ ਜੁੜਦਾ ਹੈ। ਸੰਸਾਰਿਕ ਲਾਲਚ ਕਰਕੇ ਕੁਛ ਨਾ ਕੁਛ ਹੁੰਦਾ ਹੈ। ਲੇਕਿਨ ਇੱਥੇ ਕੋਈ ਲਾਲਚ ਨਹੀਂ ਹੋਣਾ ਚਾਹੀਦਾ। ਬਸ ਸਿਰਫ ਸਾਨੂੰ ਪਰਮੇਸ਼ਰ ਦੀ ਲੋਚਾ ਚਾਹੀਦੀ ਹੈ, ਦਰਸ਼ਨਾਂ ਦੀ ਲੋਚਾ ਚਾਹੀਦੀ ਹੈ, ਉਸ ਦੇ ਮਿਲਾਪ ਦੀ ਲੋਚਾ ਚਾਹੀਦੀ ਹੈ। ਫਿਰ ਅਗਲਾ ਸ਼ਬਦ ਆਸਾ ਮਹੱਲਾ ਪੰਜਵਾਂ। ਆਸਾ ਰਾਗ ਦੇ ਵਿੱਚ ਮਹੱਲੇ ਪੰਜਵੇਂ ਦਾ ਸ਼ਬਦ ਹੈ। ਰਹੋ ਪੰਕਤੀਆਂ ਨੇ। ਜਨਮ ਮਰਨ ਚੂਕੇ ਸਭ ਪਾਰੇ। ਜਨਮ ਤੇ ਮਰਨ ਖਤਮ ਹੋ ਗਿਆ। ਜਿਹੜਾ ਭਾਰ ਚੁੱਕਿਆ ਸੀ, ਭਾਰ ਬਹੁਤ ਹੈ, ਕਿਉਂਕਿ ਜਦ ਤੱਕ ਆਪਾਂ ਪ੍ਰਭੂ ਤੇ ਦਾ ਸਿਮਰਨ ਨਹੀਂ ਕਰਦੇ, ਸਾਨੂੰ ਇੰਨਾ ਭਾਰ ਚੁੱਕਣਾ ਪੈਂਦਾ, ਇੰਨਾ ਕਰਜ਼ਾ ਚੜ੍ਹ ਜਾਂਦਾ, ਜਿਵੇਂ ਕਰਜ਼ਾ ਚੜ੍ਹ ਜਾਂਦਾ। ਮਨਮੁਖ ਕਰਜ਼ ਚੜਿਆ ਬਿਖ ਭਾਰੀ। ਕਹਿੰਦੇ ਮਨਮੁਖਾਂ ਤੇ ਕਰਜ਼ਾ ਚੜ੍ਹ ਜਾਂਦਾ ਹੈ। ਕਿਹੜਾ? ਜਿਹੜੇ ਸਵਾਸ ਲੈ ਕੇ ਆਉਂਦੇ, ਉਹਨਾਂ ਸਵਾਸਾਂ ਨੂੰ ਅਸੀਂ ਬੇਕਾਰ 'ਚ ਹੀ ਗੁਆ ਦਿੰਦੇ ਹਾਂ, ਤ੍ਰਿਗੁਣਾਂ ਦੇ ਵਿੱਚ ਹੀ ਗੁਆ ਦਿੰਦੇ ਹਾਂ। ਤੇ ਫਿਰ ਇੱਕ ਭਾਰ ਉਤਰ ਜਾਂਦਾ ਹੈ, ਸਾਡਾ ਜਨਮ ਮਰਨ ਖਤਮ ਹੋ ਜਾਂਦਾ ਹੈ। ਇਸੇ ਕਰਕੇ ਫਿਰ ਸਾਨੂੰ ਸਜ਼ਾ ਮਿਲਦੀ, ਕਿਉਂਕਿ ਲੇਖਾ ਲਿਆ ਜਾਂਦਾ ਹੈ। ਜਿਸ ਕਾਰਜ ਨੂੰ ਆਇਆ ਕਾਰਜ ਕੀਤਾ ਨਹੀਂ, ਸਵਾਸ ਗੁਆ ਕੇ ਚਲੇ ਜਾਂਦੇ ਹਾਂ। ਫਿਰ ਜਦੋਂ ਲੇਖਾ ਕੀਤਾ ਜਾਂਦਾ, ਫਿਰ ਦੱਸਦੇ ਨੇ ਕਿ ਤੈਨੂੰ ਹੁਣ ਥਾਂ ਨਹੀਂ ਮਿਲਣੀ।
ਵੱਡਾ ਹੋਆ ਦੁਨੀਦਾਰ, ਗਲ ਸੰਗਲ ਕਤ ਚਲਾਇਆ। ਅੱਗੇ ਕਰਨੀ ਕੀਰਤ ਵਾਚੀਐ, ਬਹਿ ਲੇਖਾ ਕਰ ਸਮਝਾਇਆ। ਥੋ ਨਾ ਹੋਵੀ ਪੌਦੀ, ਹੁਣ ਸੁਣੀਏ ਕਿਆ ਰਵਾਇਆ। ਮਨਨ ਦੇ ਜਨਮ ਗਵਾਇਆ। ਇਸ ਕਰਕੇ ਜੇ ਅਸੀਂ ਗਿਆਨ ਲੈ ਲਈਏ, ਕਿਵੇਂ ਹੁੰਦਾ ਹੈ ਜਨਮ ਬੰਨ ਚੁੱਕੇ ਸਭ ਭਾਰੇ। ਕਿਵੇਂ ਹੁੰਦਾ ਹੈ ਮਿਲਤ ਸੰਗ ਪਇਓ ਮਨ ਨਿਰਮਲ, ਗੁਰ ਪੂਰੈ ਲੈ ਖਿਨ ਮੈਂ ਤਾਰੇ। ਵੀ ਸੰਗਤ 'ਚ ਮਿਲੇ ਤੇ ਉੱਥੇ ਮਿਲ ਕੇ ਉੱਥੇ ਪੂਰਾ ਗੁਰ ਦਾ ਗਿਆਨ ਲਿਆ, ਇੱਕ ਖਿਣ ਦੇ ਵਿੱਚ ਹੀ ਸਾਨੂੰ ਉਤਾਰ ਲਿਆ। ਉੱਥੇ ਮਨ ਸਾਡਾ ਨਿਰਮਲ ਹੋ ਗਿਆ। ਜਿਹੜੇ ਮਨ ਨੂੰ ਪਾਪ ਲੱਗੇ ਸੀ, ਜਿਹੜਾ ਭਾਰ ਚੁੱਕਿਆ ਸੀ, ਉਸ ਦਾ ਸਾਰਾ ਉਤਰ ਗਿਆ। ਜਦੋਂ ਮਨ ਨਿਰਮਲ ਹੋ ਗਿਆ, ਪ੍ਰਕਾਸ਼ ਹੋ ਗਿਆ, ਤੇ ਇਸ ਦਾ ਜਨਮ ਮਰਨ ਵੀ ਖਤਮ ਹੋ ਗਿਆ। ਇੱਕ ਖਿਣ ਦਾ ਖੇਡ ਹੈ, ਪਰ ਵਿਸ਼ਵਾਸ ਦੀ ਹੈ, ਕਿਉਂਕਿ ਵਿਸ਼ਵਾਸ ਜੀਵ ਨੂੰ ਨਹੀਂ ਆਉਂਦਾ। ਜੇ ਜੀਵ ਵਿਸ਼ਵਾਸ ਕਰਦਾ ਵੀ ਹੈ ਤੇ ਫਿਰ ਤੋੜਨ ਵਾਲਿਆਂ ਦਾ ਕੋਈ, ਚੁਗਲਾਂ ਦੀ ਕੋਈ ਥੋੜ ਨਹੀਂ ਹੈ ਸੰਸਾਰ ਦੇ ਵਿੱਚ। ਜਿਹੜਾ ਚੁਗਲ ਹੈ ਉਸਨੇ, ਜਿਵੇਂ ਸੰਸਾਰ ਚੁਗਲੀ ਕਰਦਾ, ਕਿਉਂਕਿ ਇੱਥੇ ਵੀ ਬਹੁਤ ਚੁਗਲ ਨੇ ਜਿਹੜੇ ਪ੍ਰਭੂ ਮਾਰਗ ਤੇ ਚੁਗਲੀ ਕਰਕੇ ਸਾਨੂੰ ਰੋਕਦੇ ਨੇ। ਉਹਨਾਂ ਨੂੰ ਨੀਂਦ ਹੀ ਤਾਂ ਆਉਂਦੀ ਹੈ ਜੇ ਉਹ ਇਸ ਤੇ ਚੁਗਲੀ ਕਰਦੇ ਨੇ, ਲੋਕਾਂ ਨੂੰ ਪ੍ਰਭੂ ਨਾਲੋਂ ਤੋੜਦੇ ਨੇ। ਐਸੇ ਦਾ ਆਪਣਾ ਵੀ ਕੀਤਾ ਸਾਰਾ ਚਲੇ ਜਾਂਦਾ ਹੈ। ਇਸ ਕਰਕੇ ਜਿਹੜੇ ਜੀਵ ਸਿਰਫ ਇੱਕ ਗੁਰ 'ਤੇ ਵਿਸ਼ਵਾਸ ਕਰਦੇ ਨੇ, ਉਹਨਾਂ ਨੂੰ ਇੱਕ ਖਿਣ ਵਿੱਚ ਹੀ ਤਾਰ ਲੈਂਦਾ, ਕਿਉਂਕਿ ਕਲਯੁਗ ਹੈ। ਕਲਯੁਗ ਦੇ ਵਿੱਚ ਮਹਾਰਾਜ ਦੱਸਿਆ ਹੈ ਕਿ ਇੱਕ ਖਿਣ 'ਚ ਮੁਕਤ ਹੋ ਸਕਦੇ ਅਸੀਂ, ਪਰ ਸਾਡਾ ਹੰਕਾਰ ਖਤਮ ਹੋ, ਅਭਿਮਾਨ ਛੱਡ ਦਈਏ, ਅਸੀਂ ਆਪਣਾ ਗਿਆਨ ਛੱਡ ਦਈਏ। ਤਾਜ ਅਭਿਮਾਨ ਸਰਨ ਸੰਤਨ ਗੋਹੋ, ਮੁਕਤ ਹੋਏ ਛਿਨ ਮਾਹੀ। ਆਓ ਕਿਵੇਂ ਹੁੰਦਾ ਹੈ ਆਪਾਂ ਸ਼ੁਰੂ ਕਰਦੇ ਹਾਂ ਸ਼ਬਦ ਨੂੰ। ਕਾਮ ਕ੍ਰੋਧ ਮਾਇਆ ਮਦ ਮਤਸਰ। ਕਾਮ ਹੈ, ਕ੍ਰੋਧ ਹੈ, ਇਹ ਮਾਇਆ ਹੈ। ਇਹ ਜਿਹੜਾ ਨਸ਼ਾ ਹੈ, ਇਹ ਸਾਰਾ ਹੀ ਜੀਵ ਇਹਨਾਂ ਦੇ ਵਿੱਚ ਵਿਚਰਦਾ ਹੈ, ਜੂਏ ਦੇ ਵਿੱਚ ਆਪਣੇ ਜੀਵਨ ਨੂੰ ਹਾਰ ਜਾਂਦਾ ਹੈ। ਇਹ ਸਾਨੂੰ ਬੇਕਾਰ ਲੁੱਟ ਲੈਂਦੇ ਨੇ, ਪਰ ਇਹਨਾਂ ਨੂੰ ਜੀਵ ਛੱਡ ਕੇ, ਕਿਉਂਕਿ ਭੇਤ ਆ ਜਾਂਦਾ ਹੈ ਕਿ ਇਹ ਸਾਨੂੰ ਹਰਾਉਂਦੇ ਨੇ। ਕਾਮ ਕ੍ਰੋਧ ਮਾਇਆ ਮਦ ਮਤ। ਸੰਗਤ ਦੇ ਵਿੱਚ ਗੁਰ ਦਾ ਗਿਆਨ ਲੈ ਕੇ ਸਾਨੂੰ ਇਹ ਭੇਤ ਆ ਜਾਂਦਾ ਹੈ ਕਿ ਇਹਨਾਂ ਦੇ ਵਿੱਚ ਜੀਵ ਲੁੱਟਿਆ ਜਾਂਦਾ, ਆਪਣੇ ਜੀਵਨ ਨੂੰ, ਬਾਜੀ ਨੂੰ ਹਾਰ ਕੇ ਜਾਂਦਾ ਹੈ। ਕਾਮ ਕ੍ਰੋਧ ਮਾਇਆ ਮਦ ਮਤਸਰ, ਇਹ ਖੇਲਤ ਸਭ ਜੂਐ ਹਾਰੇ। ਸਤ ਸੰਤੋਖ ਦਇਆ ਧਰਮ ਸੱਚ। ਕਹਿੰਦੇ ਇਹਨਾਂ ਨੂੰ ਛੱਡ ਕੇ ਕੀ ਕਰਨਾ ਹੈ? ਸਤ ਨੂੰ, ਸੰਤੋਖ ਨੂੰ, ਦਇਆ ਨੂੰ, ਧਰਮ ਨੂੰ, ਸੱਚ ਨੂੰ, ਇਹ ਆਪਣੇ ਘਰ ਦੇ ਵਿੱਚ ਵਸਾ ਲੈਣਾ ਹੈ। ਉਹਨਾਂ ਨੂੰ ਤਿਆਗ ਦੇਣਾ, ਕਿਉਂਕਿ ਉਹਨਾਂ ਦਾ ਸੰਗ ਕਰਾਂਗੇ ਸਾਨੂੰ ਜੀਵਨ ਹਰਾ ਦੇਣਗੇ। ਇਹਨਾਂ ਨੂੰ ਘਰ ਦੇ ਵਿੱਚ ਵਸਾ ਲਾਂਗੇ, ਹਿਰਦੇ ਵਿੱਚ ਵਸਾ ਲਾਂਗੇ, ਮਨ ਵਿੱਚ ਵਸਾ ਲਾਂਗੇ, ਤੇ ਆਪਣੇ ਜੀਵਨ ਨੂੰ ਜਿੱਤ ਜਾਵਾਂਗੇ। ਸਭ ਕੀ ਰੇਨ ਹੋਏ ਰਹੇ ਮਨੁਆ। ਤੇ ਮਨ ਸਾਡਾ ਆਪਣੇ ਆਪ ਨੂੰ ਕੁਛ ਨਾ ਜਨਾਵੇ, ਸਾਰਿਆਂ ਦੀ ਰੇਨ। ਰੇਨ ਕਿਵੇਂ ਹੁੰਦਾ ਹੈ ਮਨ? ਕਿ ਜਿਹੜਾ ਸਾਡਾ ਧਿਆਨ ਹੈ ਦੂਜਿਆਂ ਦੇ ਚਰਨਾਂ ਵੱਲ ਦੇਖੇ, ਸਾਡੀ ਦ੍ਰਿਸ਼ਟੀ ਦੂਜਿਆਂ ਦੇ ਚਰਨਾਂ ਵੱਲ ਲੱਗੇ, ਨਾ ਕਿ ਉੱਤੇ ਵੱਲ। ਜਿਵੇਂ ਆਪਾਂ ਝੁਕ ਕੇ ਕਿਸੇ ਦੇ ਪੈਰੀ ਹੱਥ ਲਾਉਂਦੇ ਹਾਂ, ਉਹ ਤਨ ਦੁਆਰਾ ਲਾਉਂਦੇ ਹਾਂ, ਲੇਕਿਨ ਇੱਥੇ ਤਾਂ ਦਿਖਾਵਾ ਨਹੀਂ ਕਰਨਾ ਹੁੰਦਾ, ਕਿਉਂਕਿ ਉਹ ਦਿਸਦਾ ਹੈ। ਬਸ ਸਾਡੀ ਦ੍ਰਿਸ਼ਟੀ ਹੀ ਦੂਜੇ ਦੇ ਚਰਨਾਂ ਵੱਲ ਜਾਗੇ। ਮਨ ਨੂੰ ਨੀਵਾਂ ਰੱਖੀਏ। ਮਨ ਦਾ ਨੀਵਾਂ ਕੀ ਹੈ? ਕਿ ਧਿਆਨ ਨੀਚੇ ਰੱਖਣਾ। ਸਭ ਕੀ ਰੇਨ ਹੋਏ ਰਹੇ ਮਨੁਆ, ਸਗਲੇ ਦੀਸੈ ਮੀਤ ਪਿਆਰੇ। ਕਹਿੰਦੇ ਫਿਰ ਸਾਰੇ ਮਿੱਤਰ ਹੀ ਦਿਸਣਗੇ, ਸਾਰੇ ਮਿੱਤਰ ਪਿਆਰੇ ਹੀ ਨੇ। ਕੋਈ ਸਾਡਾ ਵੈਰੀ ਨਹੀਂ ਸੰਸਾਰ ਦੇ ਵਿੱਚ, ਕੋਈ ਦੁਸ਼ਮਣ ਨਹੀਂ ਹੈ। ਦੁਸ਼ਮਣ ਕੌਣ ਨੇ?
ਜਿਹੜੇ ਅੰਦਰ ਬੈਠੇ ਨੇ, ਜਿਹੜੇ ਜੀਵ ਪੰਜਾਂ ਦੇ ਵਸ ਨੇ, ਜਿਨ੍ਹਾਂ ਦਾ ਮਨ ਸੁੱਤਾ ਹੈ। ਕਿਉਂਕਿ ਆਪਾਂ ਸਾਰੇ ਮਨ ਕਰਕੇ ਪਾਈ ਹਾਂ, ਮਨ ਕਰਕੇ ਅਸੀਂ ਮਿੱਤਰ ਹਾਂ। ਇਹ ਜਿਹੜੇ ਕਾਮ, ਕ੍ਰੋਧ, ਲੋਭ, ਹੰਕਾਰ, ਇਹ ਕਦੇ ਕਿਸੇ ਦੇ ਮਿੱਤਰ ਨਹੀਂ ਬਣ ਸਕਦੇ, ਨਾ ਕਿਸੇ ਨੂੰ ਵੰਡ ਦਿੰਦੇ ਨੇ। ਇਹ ਮਤਲਬੀ ਹੁੰਦੇ ਨੇ। ਜਿੱਥੇ ਸਤ, ਸੰਤੋਖ, ਦਇਆ, ਧਰਮ ਹੈ, ਸੱਚ ਹੈ, ਉੱਥੇ ਸਾਡੀ ਜਿਹੜੀ ਮਿੱਤਰਤਾ ਉਹ ਸੱਚੀ ਹੈ। ਕਿਉਂਕਿ ਉੱਥੇ ਕੋਈ ਸਾਡੇ ਹਿੱਤ ਨਹੀਂ ਹੁੰਦੇ, ਲਾਲਚ ਨਹੀਂ ਹੁੰਦਾ। ਇਸ ਕਰਕੇ ਸਮਝਾਉਂਦੇ ਨੇ ਕਿ ਸਾਡੇ ਜਦੋਂ ਅਸੀਂ ਆਪਣੇ ਮਨ ਨੂੰ ਨੀਵਾਂ ਰੱਖਾਂਗੇ, ਸਾਰੇ ਸਾਨੂੰ ਮਿੱਤਰ ਹੀ ਦੱਸਣਗੇ। ਸਭ ਮਦੇ ਰਵਿਆ ਮੇਰਾ ਠਾਕੁਰ। ਕਿਉਂਕਿ ਜਦੋਂ ਗਿਆਨ ਹੋ ਗਿਆ, ਸਾਰਿਆਂ 'ਚ ਅਵਸਥਾ ਹੈ, ਕੋਈ ਦੂਜਾ ਹੈ ਹੀ ਨਹੀਂ। ਦਾਨ ਦੇ ਤਾਂ ਸਭ ਜੀ ਸੰਭਾਰੇ, ਕਿ ਸਭ ਨੂੰ ਆਪ ਸੰਭਾਲ ਰਿਹਾ ਹੈ। ਸਾਰੇ ਕਿਵੇਂ ਸੰਭਾਲਦਾ ਹੈ? ਸਵਾਸ ਦੇ ਦੇ ਕੇ, ਤੇ ਨਾਲ ਫਿਰ ਸਾਨੂੰ ਇਹ ਨਾਮ ਦੀ ਦਾਤ ਵੀ ਬਖਸ਼ ਕਰ ਦਿੰਦਾ ਹੈ। ਸਭ ਮਦੇ ਰਵਿਆ ਮੇਰਾ ਠਾਕੁਰ, ਦਾਨ ਦੇ ਤਾਂ ਸਭ ਜੀ ਸੰਭਾਰੇ, ਸਾਰਿਆਂ ਨੂੰ ਆਪ ਸੰਭਾਲਦਾ ਹੈ। ਜਦੋਂ ਜਿਹੜੇ ਜੀਵ ਜਿਨ੍ਹਾਂ ਦੇ ਮਨ ਨੀਵੇਂ ਰਹਿੰਦੇ ਨੇ, ਉਹਨਾਂ ਨੂੰ ਇਹ ਨਾਮ ਦਾ ਖਜ਼ਾਨਾ ਬਖਸ਼ਿਸ਼ ਕਰਦਾ ਹੈ। ਇੱਕ ਹੈ ਏਕ ਆਪ, ਇੱਕ ਇੱਕ ਹੈ। ਹੁਣ ਫਿਰ ਇੱਕ ਹੀ ਹੈ ਸਾਰਿਆਂ 'ਚ, ਦੂਜਾ ਨਹੀਂ ਹੈ। ਇੱਕ ਹੈ ਸਗਲਾ ਪਸਾਰੇ। ਫਿਰ ਸਾਨੂੰ ਸਾਰਾ ਪਸਾਰਾ ਹੀ ਇੱਕ ਪਰਮੇਸ਼ਰ ਦਾ ਨਜ਼ਰ ਆਉਣ ਲੱਗ ਜਾਂਦਾ ਹੈ, ਜਦੋਂ ਆਪ ਸਾਡੇ 'ਤੇ ਫਿਰ ਦਇਆ ਕਰਦਾ ਹੈ। ਪਰ ਕਦੋਂ ਕਰਦਾ ਹੈ? ਕਾਮ, ਕ੍ਰੋਧ, ਮੋਹ, ਮਾਇਆ, ਇਸ ਨੂੰ ਛੱਡ ਕੇ ਤੇ ਅਸੀਂ ਸਤ, ਸੰਤੋਖ, ਦਇਆ, ਧਰਮ, ਸੱਚ ਨੂੰ ਮਨ ਵਿੱਚ ਵਸਾ ਲਈਏ, ਤੇ ਸਾਰਿਆਂ ਦਾ ਮਨ ਰੇਨ ਹੋ ਜਾਵੇ। ਸਾਰਿਆਂ 'ਚ ਹੀ ਮਾਲਕ ਦਿਸਣ ਲੱਗ ਜਾਂਦਾ ਹੈ। ਕੋਈ ਸਾਰੇ ਮਿੱਤਰ ਦਿਸਦੇ ਨੇ, ਸਾਰਿਆਂ 'ਚ ਅਵਸਥਾ ਦਿਸਦਾ ਹੈ। ਉਸੇ ਦਾ ਪਸਾਰਾ ਨਜ਼ਰ ਆਉਂਦਾ। ਜਪ ਜਪ ਹੋਏ ਸਗਲ ਸਾਧ ਜਨ, ਏਕ ਨਾਮ ਧਿਆਏ ਬਹੁਤ ਉਧਾਰੇ। ਇੱਕੋ ਨਾਮ ਨੂੰ ਧਿਆਉਣ ਦੇ ਨਾਲ, ਕਿਉਂਕਿ ਸਾਧੂ ਜਨ ਜਿਹੜੇ ਨੇ ਉਹ ਸਾਨੂੰ ਇੱਕ ਨਾਮ ਦਾ ਭੇਦ ਦਿੰਦੇ ਨੇ, ਉਹ ਵੀ ਧਿਆਉਣ ਦਾ, ਕਿ ਧਿਆਉਣਾ ਕਿਵੇਂ ਹੈ। ਇੱਦਾਂ ਫਿਰ ਇੱਕ ਨਹੀਂ, ਬਹੁਤ ਸਾਰੇ ਜੀਵਾਂ ਦਾ ਉਧਾਰ ਹੁੰਦਾ ਹੈ। ਜੋ ਵੀ ਇਹ ਗਿਆਨ ਲੈਂਦਾ ਹੈ, ਗੁਰ ਦਾ ਗਿਆਨ, ਖਿਣ ਦੇ ਵਿੱਚ ਹੀ ਉਧਾਰ ਹੋ ਜਾਂਦਾ ਹੈ। ਪਰ ਉਹ ਕੰਨਾਂ ਨਾਲ ਸਿਰਫ ਬੋਲ ਕੇ ਔਰ ਸੁਣ ਤੱਕ ਸੀਮਿਤ ਨਹੀਂ, ਧਿਆਨ ਦਾ ਮਾਰਗ ਹੈ। ਉਸ ਦੇ ਨਾਲ ਅਸੀਂ ਧਿਆਉਣਾ ਹੈ, ਧਿਆਨ ਲਗਾਉਣਾ ਹੁੰਦਾ ਹੈ। ਗਹਿਰ ਗੰਭੀਰ ਬੇਅੰਤ ਗੁਸਾਈ, ਅੰਤ ਨਹੀਂ ਕਿਛ ਪਾਰਾ ਬਾਰੇ। ਪਰਮੇਸ਼ਰ ਜਿਹੜਾ ਹੈ ਗਹਿਰ ਗੰਭੀਰ ਹੈ, ਬੇਅੰਤ ਹੈ, ਜਿਸ ਦਾ ਕੋਈ ਅੰਤ ਨਹੀਂ, ਜਿਸ ਨੂੰ ਆਪਾਂ ਗੁਸਾਈ ਵੀ ਕਹਿ ਦਿੰਦੇ ਹਾਂ। ਬਹੁਤ ਸਾਰੇ ਨਾਮ ਨੇ ਪਰਮੇਸ਼ਰ ਦੇ, ਪਰ ਗੁਰੂ ਸਾਹਿਬ ਜੀ ਨੇ ਦੱਸ ਦਿੱਤਾ, ਜਦ ਤੱਕ ਸਾਨੂੰ ਪਹਿਚਾਣ ਨਹੀਂ ਹੁੰਦੀ, ਉਨੀ ਦੇਰ ਅਸੀਂ ਚਾਹੇ ਨਾਮ ਵੀ ਕਹੀ ਜਾਈਏ, ਕਿਉਂਕਿ ਅਸਲੀ ਉਸ ਦਾ ਕੋਈ ਨਾਮ ਨਹੀਂ ਹੈ, ਉਸ ਦੀ ਆਪਣੀ ਇੱਕ ਪਹਿਚਾਣ ਹੈ। ਜਦ ਤੱਕ ਪਹਿਚਾਣਿਆ ਨਹੀਂ, ਨਾਮ ਵੀ ਅਸੀਂ ਜਾਣ ਲੈ ਲਈਏ, ਕਿਉਂਕਿ ਅਸੀਂ ਦੇਖਿਆ ਹੀ ਨਹੀਂ ਜਿਸ ਨੂੰ। ਜਦੋਂ ਦੇਖ ਲਈਏ ਫਿਰ ਸਾਨੂੰ ਨਾਮ ਵੀ ਪਤਾ ਲੱਗ ਜਾਂਦਾ ਹੈ। ਇਸੇ ਨੂੰ ਕੋਈ ਕਿਸੇ ਨਾਮ ਨਾਲ ਪੁਕਾਰਦਾ ਹੈ, ਕੋਈ ਕਿਸੇ ਨਾਮ ਨਾਲ ਪੁਕਾਰਦਾ ਹੈ। ਜਿਵੇਂ ਆਪਾਂ ਦੇਖਦੇ ਹਾਂ, ਪਾਣੀ ਹੈ, ਪਾਣੀ ਇੱਕੋ ਹੀ ਹੈ, ਲੇਕਿਨ ਉਸ ਨੂੰ ਕੋਈ ਕਿਸੇ ਨਾਮ ਨਾਲ ਪੁਕਾਰਦਾ ਹੈ, ਕੋਈ ਕਿਸੇ ਨਾਮ ਨਾਲ ਪੁਕਾਰਦਾ ਹੈ। ਇੱਦਾਂ ਹੋਰ ਸਾਰੇ ਪਦਾਰਥ ਨੇ ਸੰਸਾਰ ਦੇ ਵਿੱਚ। ਆਪਾਂ ਪੰਜਾਬੀ ਭਾਸ਼ਾ ਦੇ ਵਿੱਚ ਉਸ ਦਾ ਕੋਈ ਹੋਰ ਨਾਮ ਰੱਖਿਆ ਹੈ, ਅੰਗਰੇਜ਼ੀ ਦੇ ਵਿੱਚ ਕੁਛ ਹੋਰ ਹੈ, ਉਰਦੂ ਦੇ ਵਿੱਚ ਕੁਛ ਹੋਰ ਹੈ, ਫਾਰਸੀ ਵਿੱਚ ਕੁਛ ਹੋਰ ਹੈ। ਵੱਖਰੀਆਂ ਵੱਖਰੀਆਂ ਭਾਸ਼ਾਵਾਂ 'ਚ ਵੱਖਰੇ ਵੱਖਰੇ ਨਾਮ, ਪਰ ਹੈ ਇੱਕ ਹੀ ਚੀਜ਼। ਇੱਦਾਂ ਹੀ ਪ੍ਰਭੂ ਜਿਹੜਾ ਹੈ ਉਹ ਇੱਕ ਹੀ ਹੈ। ਪਰ ਜਦੋਂ ਉਸ ਨੂੰ ਜਾਣ ਲੈਂਦੇ ਹਾਂ, ਫਿਰ ਉਸ ਨੂੰ ਚਾਹੇ ਗੁਸਾਈ ਕਹਿ ਲਈਏ, ਕੁਛ ਵੀ ਕਹਿ ਲਈਏ,
फिर अंत नहीं किश पारावारे, वो बेअंत है क्योंकि की है, उसका कोई अंत नहीं है, कोई पारावार नहीं है। जिथे जाइए उत्थे ही हाजिर है। तुमरी किरपा ते गुण गावे नानक, ध्याए ध्याए प्रभु को नमस्कारे। जिहड़ा जीव गुण गाउंदा है प्रभु दे, वो आप नहीं गा सकदा, उसकी किरपा नाल ही। क्योंकि ਜਦੋਂ भी गाया है किसी ने प्रभु के बारे, परमेश्वर के बारे, आप परमेश्वर ने किरपा की फिर ही गाउंदा है। किमें ध्याना है इसका, किमें परमेश्वर को नमस्कार करनी है, मन ने कित्थे वसदा है, किमें गुफा दे विच जाना है जिथे प्रभु का वासा है। वो सारा जीव, फिर वो जीव ही ये गुण गाउंदे ने जिन्हां आप प्रभु किरपा करता है। तुमरी किरपा ते गुण गावे नानक, ध्याए ध्याए प्रभु को नमस्कारे। ध्या ध्या के नमस्कार किनू करनी, प्रभु नू। मन ने निभना है, उस दर ते जाके निभना है जिस दर ते बैठा सानू सारिਆਂ नू श्वास दे के पाल रहा है, जिसकी किरपा सदका असी जीवत हाँ। क्योंकि जिन्नी देर श्वास देंदा साडा जीवन है, जदों श्वास रोक देते शरीर खत्म हो जाता है। मन का श्वासा नाल कोई संबंध नहीं, मन ने नाम नाल ना जुड़िया तो मन नू पकड़ के होर शरीर दे नाल जोड़ दिता जाता है, जिथे फिर सानू मुक्ति का मार्ग नहीं लभदा। क्योंकि वो फिर सानू सज़ा भुगतन वास्ते जूनिया ने, मनुखा जन्म है मुक्ति दे वास्ते है। इस करके इस जन्म दे विच असी उपाव करना है मुक्ति का, क्योंकि दोबारा मनुखा दे आपां नू प्राप्त नहीं होनी। मांस दे बोहर ना पावे, कछु उपाव मुक्त का कर रहे। कहते कोई मुक्ति का उपाव करो, दोबारा मनुखा दे नहीं मिलनी। इस करके समझाते हैं कि फिर वो प्रभु किरपा करता है, वो गुण गाउंदा है जीव, उसका जन है जिहड़ा जिसनों अपना जन बना लेंदा है। फिर वो सानू दसदा है कि मैं ध्यान द्वारा प्रभु नू नमस्कार करना है, कि मैं अपने मन नू प्रभु दे चरनां च जोड़ना है, कि मैं उस दर ते लेके जाना है जिस दर तो बैठ के सानू सारिਆਂ नू पाल रहा है। आओ फिर आसा महला पंजवां दा शब्द है। आसा राग दे विच महले पंजवें दा रहो पंक्तियां ने। मेरे सतगुर अपने बालिक राखो लीला तार, दे सुमत सदा गुण गावा, मेरे ठाकुर अगम अपार। समझाते ने भी जेड़ा मेरा ठाकुर है अपने बालकां नू आप रखता है, उसकी लीला है, जिन्होंने जना देंदा है उन्होंने प्रगट हो जाता है, क्योंकि उसकी मौज है। उन्होंने रखवाला भी फिर आप हो जाता है। फिर आप सानू सुमत देंदा है, दे सुमत सदा गुण गावा, फिर सदा जीव उसके गुण गाउंदा है। मेरे ठाकुर अगम अपार, हे प्रभु तू ही सुमत देंदा ताई मैं तेरे सदा गुण गाउंदा हाँ। हे मेरे सतगुर तू ही अपने बालक नू लीला तार के रखदा है। क्योंकि इत्थे आपां इत्थे मिलण तो बाद दी गल है। तू जिथे तू शब्द आ गया प्रभु नू, उत्थे आपां उसनू मिल के ही उहदे अगे संबोधन करते हाँ। तू शब्द जिहड़ा है आपां संसार दे विच जे आपां किसे नू कह दईए बड़ा गुस्सा करता है भी तू कह दिता मैनू। आपां की कहते हाँ तुसी, तुसी तो खुश होंदा है, तू ते गुस्सा करते ने जीव। लेकिन गुरु साहिबाना ने बार बार तू शब्द नू वरत्या है परमेश्वर दे वास्ते, क्योंकि तू एक वचन है, तुसी बहु वचन है।
ਪਰਮੇਸ਼ਰ ਇੱਕ ਹੈ, ਉਸ ਦੇ ਵਰਗਾ ਦੂਜਾ ਕੋਈ ਨਹੀਂ ਹੈ। ਜਿਹੜੇ ਸ਼ਬਦ ਨੇ ਬਹੁਤ ਭਾਈ ਗੁਰਦਾਸ ਜੀ ਨੇ ਜਿਹੜੀ ਲਿਖੀ ਹੈ, ਬਹੁਤ ਗੁਣੀ ਗਿਆਨੀ ਸੀ ਜਿਨ੍ਹਾਂ ਨੇ ਇਸ ਨੂੰ ਫਿਰ ਕਾਵਿ ਰੂਪ ਦੇ ਵਿੱਚ ਲਿਖਿਆ ਹੈ ਬਾਣੀ ਨੂੰ। ਉਹਨਾਂ ਨੇ ਇੰਨਾ ਸੋਚ ਵਿਚਾਰ ਕੇ ਲਿਖਿਆ ਹੈ, ਬਹੁਤ ਜ਼ਿਆਦਾ ਸ਼ਬਦਾਂ ਨੂੰ ਸੋਚ ਕੇ ਵਰਤਿਆ ਹੈ। ਜੇ ਆਪਾਂ ਸੰਸਾਰ ਵਿੱਚ ਵੀ ਦੇਖੀਏ, ਕਿਉਂਕਿ ਬਹੁ ਵਚਨ ਤੁਸੀਂ, ਫਰਜ਼ ਕਰੋ 2-3 ਬੰਦੇ ਖੜੇ ਨੇ, ਆਪਾਂ ਕਹਿ ਦਈਏ ਕਿ ਤੁਸੀਂ ਮੇਰੇ ਫਾਦਰ ਹੋ, ਬਹੁ ਵਚਨ ਦੇ ਵਿੱਚ ਕਿੰਨਾ ਕੁਛ ਆ ਜਾਂਦਾ ਹੈ। ਤੁਸੀਂ ਮੇਰੇ ਪਤੀ ਹੋ, ਕਿਉਂਕਿ ਜਿੱਥੇ ਤੂੰ ਸ਼ਬਦ ਹੈ ਉੱਥੇ ਤੂੰ ਹੀ ਵਰਤੋਂਦਾ ਹੈ। ਤੂੰ ਵਿਸ਼ੇਸ਼ ਹੈ, ਤੁਸੀਂ ਵਿਸ਼ੇਸ਼ ਨਹੀਂ। ਜੋ ਤੂੰ ਸ਼ਬਦ ਹੈ ਉਹ ਵਿਸ਼ੇਸ਼ ਵਾਸਤੇ ਵਰਤਿਆ ਜਾਂਦਾ ਹੈ, ਸਿਰਫ ਇੱਕ ਵਾਸਤੇ। ਉੱਥੇ ਤੁਸੀਂ ਨਹੀਂ, ਤੁਸੀਂ ਬਹੁਤਿਆਂ ਵਾਸਤੇ ਹੈ, ਵਿਸ਼ੇਸ਼ ਵਾਸਤੇ ਨਹੀਂ ਹੁੰਦਾ। ਇਸ ਕਰਕੇ ਪ੍ਰਭੂ ਜਦੋਂ ਸਾਡੇ ਅੱਗੇ ਪ੍ਰਗਟ ਹੋ ਜਾਂਦਾ ਹੈ, ਫਿਰ ਉਸ ਨੂੰ ਉਹ ਵਿਸ਼ੇਸ਼ ਹੈ, ਉਸ ਨੂੰ ਅਸੀਂ ਵਿਸ਼ੇਸ਼ ਕਰਕੇ ਲੈਂਦੇ ਹਾਂ, ਫਿਰ ਉਸ ਦੀ ਉਸਤਤ ਵਿਸ਼ੇਸ਼ ਕਰਕੇ ਕਰਦੇ ਹਾਂ। ਤੂੰ ਬੇਅੰਤ, ਅਵਗਤ, ਅਗੋਚਰ। ਕਿ ਹੈ ਪ੍ਰਭੂ ਤੂੰ ਬੇਅੰਤ ਹੈ, ਤੂੰ ਅਵਗਤ ਹੈ, ਤੂੰ ਅਗੋਚਰ ਹੈ। ਇੱਕ ਗਤ ਦੇ ਵਿੱਚ ਹੁੰਦੇ ਨੇ ਜੀਵ, ਇੱਕ ਨੂੰ ਆਪਾਂ ਨਾਪਿਆ ਤੋਲਿਆ ਜਾ ਸਕਦਾ ਹੈ, ਇੱਕ ਦਾ ਕੋਈ ਥਾਂ ਪਾਇਆ ਜਾ ਸਕਦਾ, ਇੱਕ ਅਥਾਹ ਹੁੰਦੇ ਨੇ, ਉਹਨਾਂ ਨੂੰ ਅਵਗਤ ਕਹਿ ਦਿੱਤਾ, ਅਗੋਚਰ ਕਹਿ ਦਿੱਤਾ ਹੈ। ਇਹ ਸਭ ਤੇਰਾ ਆਕਾਰ ਹੈ ਪ੍ਰਭੂ। ਤੂੰ ਤਾਂ ਬੇਅੰਤ ਹੈ, ਤੂੰ ਤਾਂ ਅਵਗਤ ਹੈ, ਤੂੰ ਤਾਂ ਅਗੋਚਰ ਹੈ, ਪਰ ਇਹ ਜਿਹੜਾ ਸਾਰਾ ਆਕਾਰ ਹੈ ਇਹ ਤੇਰਾ ਹੀ ਹੈ, ਕਿਉਂਕਿ ਤੇਰੇ 2 ਰੂਪ ਨੇ ਪ੍ਰਭੂ ਦੇ, 2 ਰੂਪ ਨੇ, ਇੱਕ ਨਿਰੰਕਾਰ, ਇੱਕ ਆਕਾਰ, ਇੱਕ ਨਿਰਗੁਣ, ਇੱਕ ਸਰਗੁਣ। ਨਿਰੰਕਾਰ ਆਕਾਰ ਹੈ ਆਪੇ। ਪਰ ਇਹ ਸੋਝੀ ਕਦੋਂ ਆਉਂਦੀ ਹੈ? ਜਦੋਂ ਉਹ ਪ੍ਰਭੂ ਆਪ ਪ੍ਰਗਟ ਹੋ ਕੇ ਲੀਲਾ ਧਾਰ ਕੇ ਸਾਨੂੰ ਆਪ ਰੱਖਦਾ ਹੈ, ਆਪ ਸਾਨੂੰ ਸੁਮਤ ਦਿੰਦਾ ਹੈ, ਆਪ ਆਪਣੇ ਗੁਣ ਗਵਾਉਂਦਾ ਹੈ। ਕਿਆ ਹਮ ਜੰਤ ਕਰੇ ਚਤੁਰਾਈ। ਹਮ, ਅਸੀਂ, कैसी जानत क्या चतुराई करिए। हम हिंदी ਦਾ ਸ਼ਬਦ ਹੈ, ਇੱਕ ਥਾਂ ਵੀ ਵਰਤ ਲੈਂਦੇ ਹਾਂ, ਇੱਕ ਵਚਨ 'ਚ ਵੀ ਵਰਤ ਲੈਂਦੇ ਹਾਂ, ਬਹੁ ਵਚਨ ਵਿੱਚ ਵੀ ਵਰਤ ਲੈਂਦੇ ਹਾਂ। ਇਸ ਕਰਕੇ ਇੱਥੇ ਇੱਕ ਵਚਨ 'ਚ ਵੀ ਵਰਤ ਸਕਦੇ ਹਾਂ, ਬਹੁ ਵਚਨ 'ਚ ਵੀ ਵਰਤ ਸਕਦੇ ਹਾਂ। ਕਿਆ ਹਮ ਜੰਤ ਕਰੋ ਚਤੁਰਾਈ, ਕਰੈ ਚਤੁਰਾਈ, ਜਾਂ ਸਭ ਕੁਛ ਤੁਝੈ ਮਜ਼ਾਰ। ਵੀ ਸਾਡੇ ਆਪਣੀ ਕਿਆ ਸਿਆਣਪ ਹੈ, ਸਾਡੇ ਆਪਣੀ ਸਿਆਣਪ ਕੁਛ ਨਹੀਂ ਕਰ ਸਕਦੀ। ਹਾਂ, ਤੇਰੇ ਕੋਲ ਹੀ ਹੈ। ਜਦੋਂ ਅਸੀਂ ਤੇਰੇ 'ਚ ਹੀ ਵਸ ਗਏ, ਹੁਣ ਸਾਨੂੰ ਸਾਰਾ ਕੁਛ ਤੇਰਾ ਹੀ ਰੂਪ ਨਜ਼ਰ ਆਉਂਦਾ ਹੈ। ਪਰ ਤੇਰੀ ਕਿਰਪਾ ਸਦਕਾ ਹੈ, ਤੂੰ ਆਪ ਹੀ ਸਾਨੂੰ ਲੀਲਾ ਧਾਰ ਕੇ ਇਹ ਕਿਰਪਾ ਕੀਤੀ ਹੈ। ਜੈਸੇ ਜਨਨ ਜਠਰ ਮੈਂ ਪ੍ਰਾਣੀ, ਉਹ ਰਹਿਤਾ ਨਾਮ ਆਧਾਰ। ਹੁਣ ਉਹ ਅਵਸਥਾ ਹੋ ਗਈ ਸਾਡੀ, ਹੋ ਜਾਂਦੀ ਹੈ ਜਿਵੇਂ ਬੱਚਾ ਮਾਤਾ ਦੇ ਗਰਭ ਦੇ ਵਿੱਚ ਪ੍ਰਭੂ ਦੇ ਨਾਮ ਨੂੰ ਸਿਮਰਦਾ ਹੈ। ਜੈਸੇ ਜਨਨ ਜਠਰ ਮੈਂ ਪ੍ਰਾਣੀ, ਵੀ ਜਿਸ ਤਰ੍ਹਾਂ ਮਾਤਾ ਦੇ ਉਦਰ ਦੇ ਵਿੱਚ ਪ੍ਰਾਣੀ, ਉਹ ਰਹਿਤਾ ਨਾਮ ਆਧਾਰ। ਉਸ ਦਾ ਆਧਾਰ ਕੀ ਹੁੰਦਾ ਹੈ? ਨਾਮ। ਆਨੰਦ ਕਰੈ ਸਾਸ ਸਾਸ ਸਮਾਰੈ। ਆਨੰਦ ਕਰਦਾ ਹੈ, ਸਾਸ ਸਾਸ ਸਮਾਰਦਾ ਹੈ। ਪ੍ਰਭੂ ਉਸ ਨੂੰ ਸਾਹਮਣੇ ਪ੍ਰਗਟ ਹੈ, ਸਵਾਸ ਦੇ ਕੇ ਜਿੰਦਾ ਰੱਖਦਾ ਹੈ। ਕਿਵੇਂ ਰੱਖਦਾ ਹੈ? ਕਿਉਂਕਿ ਜਦੋਂ ਬੱਚਾ ਮਾਂ ਦੇ ਗਰਭ ਦੇ ਵਿੱਚ ਹੈ, ਉਹ ਸਰੀਰ ਤਿਆਰ ਹੁੰਦਾ ਹੈ, ਉੱਥੇ 9 ਦਰ ਬੰਦ ਹੁੰਦੇ ਨੇ। ਉੱਥੇ ਬੱਚਾ ਆਪ ਸਵਾਸ ਨਹੀਂ ਲੈਂਦਾ,
ਉੱਥੇ ਮਾਤਾ ਨੂੰ ਜਿਹੜਾ ਸਵਾਸ ਜਾਂਦਾ ਹੈ, ਕਿਉਂਕਿ ਮਾਤਾ ਦੇ ਦਿਲ ਦੀ ਧੜਕਣ ਦੁਆਰਾ ਸਵਾਸ ਲੈ ਕੇ ਕੀ ਹੁੰਦਾ, ਸਾਡਾ ਦਿਲ ਧੜਕਦਾ ਹੈ ਤੇ ਦਿਲ ਤੋਂ ਅੱਗੇ ਸਪਲਾਈ ਚੱਲਦੀ ਹੈ। ਮਾਤਾ ਦੇ ਦਿਲ ਤੋਂ ਅੱਗੇ ਨਾੜੀ ਜੁੜੀ ਹੁੰਦੀ ਹੈ ਬੱਚੇ ਦੇ ਨਾਲ ਨਾੜੂਆ ਰਾਹੀਂ, ਤੇ ਫਿਰ ਅੱਗੇ ਬੱਚੇ ਦੇ ਦਿਲ ਨੂੰ ਸਪਲਾਈ ਜਾਂਦੀ ਖੂਨ ਦੀ, ਉਹਦੇ ਦੁਆਰਾ ਬੱਚੇ ਦਾ ਸਰੀਰ ਤਿਆਰ ਹੁੰਦਾ ਹੈ। ਇਸ ਕਰਕੇ ਪਰਮੇਸ਼ਰ ਮਾਂ ਨੂੰ ਜਦੋਂ ਸਵਾਸ ਦੇ ਕੇ ਜਿੰਦਾ ਰੱਖਦਾ ਹੈ ਤਾਂ ਬੱਚੇ ਦੀ ਪਾਲਣ ਪੋਸ਼ਣ ਹੁੰਦੀ ਹੈ। ਲੇਕਿਨ ਮਨ ਜਿਹੜਾ ਹੈ ਬੱਚੇ ਦਾ, ਉਹ ਕਿੱਥੇ, ਮਾਤਾ ਦੇ ਨੇਤਰਾਂ 'ਚ ਹੁੰਦਾ ਹੈ। ਤੇ ਕਿੱਥੇ ਧਿਆਨ ਲਈ ਬੈਠਾ, ਸਵਾਸਾਂ ਤੇ, ਨਾਮ ਨਾਲ ਜੁੜਿਆ ਹੈ, ਸਰੀਰ ਨਾਲ ਨਹੀਂ ਜੁੜਿਆ। ਸਰੀਰ ਤਿਆਰ ਹੋ ਰਿਹਾ ਮਾਤਾ ਦੇ ਗਰਭ ਵਿੱਚ, ਤੇ ਬੱਚਾ ਮਾਤਾ ਦੇ ਨੇਤਰਾਂ 'ਚ ਬੈਠਾ ਸਵਾਸ ਸਿਮਰਨ ਕਰ ਰਿਹਾ ਹੈ। ਕਿਉਂਕਿ ਜੇ ਇੱਥੋਂ ਮਾਤਾ ਨੂੰ ਸਵਾਸ ਜਾਏਗਾ ਤਾਂ ਬੱਚਾ ਜੀਵਤ ਹੈ, ਜੇ ਮਾਂ ਨੂੰ ਸਵਾਸ ਨਹੀਂ ਆਇਆ ਬੱਚਾ ਵੀ ਜੀਵਤ ਨਹੀਂ ਰਹਿ ਸਕਦਾ। ਇਸ ਕਰਕੇ ਇੱਥੇ ਬੈਠਾ ਪਰ ਇੱਕ ਦ੍ਰਿਸ਼ਟ ਹੁੰਦਾ ਹੈ, ਦੇਖ ਰਿਹਾ ਹੈ ਮਾਲਕ ਨੂੰ, ਉਸ ਨੂੰ ਸੰਭਾਲ ਰਿਹਾ ਹੈ। ਇਸ ਕਰਕੇ ਮਾਤਾ ਦੇ ਗਰਭ ਦੇ ਵਿੱਚ ਵੀ ਸਾਨੂੰ ਕੌਣ ਪਾਲਣਹਾਰ ਹੈ? ਆਪ ਪ੍ਰਭੂ। ਜਿੱਥੇ ਕੋਈ ਨਹੀਂ ਪਾਲ ਸਕਦਾ, ਤਿੱਥੇ ਤੂੰ ਸਮਰੱਥ, ਜਿੱਥੇ ਕੋਈ ਨਾ ਹੈ ਉੱਥੇ ਤੇਰੀ ਰੱਖ ਅਗਨੀ ਉਦਰ ਮਾਹੇ। ਉੱਥੇ ਫਿਰ ਇਸ ਨੂੰ ਜਿਹੜੀ ਮਾਇਆ ਦੀ ਅਗਨ ਨਹੀਂ ਪਾਉਂਦੀ, ਨਾ ਪੋ ਹੈ ਅਗਨਾਰ, ਕਿਉਂਕਿ ਮਾਤਾ ਦੇ ਉਦਰ ਦੇ ਵਿੱਚ ਵੀ ਅਗਨ ਹੈ, ਤੇ ਬਾਹਰ ਮਾਇਆ ਦੀ ਅਗਨ ਹੈ, ਅੰਦਰ ਉਦਰ ਦੀ ਅਗਨ ਹੈ। ਜੇ ਉੱਥੇ ਸਾਡਾ ਮਨ ਉਦਰ ਵਿੱਚ ਨਹੀਂ ਹੈ, ਨਾਮ ਨਾਲ ਜੁੜਿਆ ਹੈ, ਉਸ ਤੋਂ ਬਾਹਰ ਹੈ, ਇਸ ਕਰਕੇ ਪਾਉਂਦੀ ਨਹੀਂ ਮਨ ਨੂੰ, ਤਕਲੀਫ ਨਹੀਂ ਹੁੰਦੀ, ਕਿਉਂਕਿ ਸੰਪਰਕਤਾ ਹੈ। ਜਦ ਮਾਤਾ ਦੇ ਸਰੀਰ ਦੁਆਰਾ ਬੱਚੇ ਨਾਲ ਸੰਪਰਕ ਹੈ, ਲੇਕਿਨ ਅਗਨ ਪਾਉਂਦੀ ਨਹੀਂ। ਪਰ ਧਨ ਪਰਦਾਰਾ ਪਰ ਨਿੰਦਾ, ਇਨ ਸੋ ਪ੍ਰੀਤ ਨਿਵਾਰ। ਤੇ ਇੱਥੇ ਹੁਣ ਮਾਇਆ ਕੀ ਹੈ? ਸਰੀਰ ਤੋਂ ਸ਼ੁਰੂ ਹੋ ਜਾਂਦੀ ਹੈ, ਪਰ ਸਾਡੇ ਵਾਸਤੇ ਜਿਹੜੀ ਮਾਇਆ ਮਾੜੀ ਹੈ, ਦੋ ਤਰ੍ਹਾਂ ਦੀ ਮਾਇਆ ਹੈ। ਇੱਕ ਮਾਇਆ ਸਾਡੇ ਵਾਸਤੇ ਅੰਮ੍ਰਿਤ ਹੈ, ਇੱਕ ਮਾਇਆ ਸਾਡੇ ਵਾਸਤੇ ਜ਼ਹਿਰ ਹੈ। ਅੰਮ੍ਰਿਤ ਕਿਹੜੀ ਮਾਇਆ ਹੈ? ਜਿੱਥੇ ਸਾਡੀ ਆਪਣੀ ਦਸਾਂ ਨੌਂ ਦੀ ਮਿਹਨਤ ਦੀ ਕਮਾਈ ਹੈ, ਜਿੱਥੇ ਸਾਡਾ ਆਪਣਾ ਗ੍ਰਸਤ ਜੀਵਨ ਹੈ, ਆਪਣਾ ਗ੍ਰਸਤ ਦੇ ਵਿੱਚ ਆਪਣੀ ਪਤਨੀ ਹੈ, ਆਪਣਾ ਪਤੀ ਹੈ, ਤੇ ਉੱਥੇ ਫਿਰ ਇਹੀ ਮਾਇਆ ਅੰਮ੍ਰਿਤ ਹੈ। ਜਿੱਥੇ ਪਰਾਇਆ ਧਨ ਹੈ, ਉੱਥੇ ਇਹ ਜ਼ਹਿਰ ਹੈ, ਪਰਾਈ ਨਿੰਦਾ। ਇਹਨਾਂ ਤੋਂ ਆਪਾਂ ਨੂੰ ਪ੍ਰੀਤ ਛੱਡਣੀ ਪੈਂਦੀ ਹੈ। ਪਰ ਧਨ ਪਰਦਾਰਾ ਪਰ ਨਿੰਦਾ, ਇਨ ਸੋ ਪ੍ਰੀਤ ਨਿਵਾਰ। ਵੀ ਇਹਨਾਂ ਤੋਂ ਪ੍ਰੀਤ ਨਿਵਾਰ ਦੇ। ਜਦੋਂ ਇਹਨਾਂ ਤੋਂ ਪ੍ਰੀਤ ਨਿਵਰ ਜਾਂਦੀ ਹੈ, ਪਰ ਕਦੋਂ ਹੁੰਦੀ ਹੈ? ਜਦੋਂ ਮਾਲਕ ਕਿਰਪਾ ਕਰਦਾ ਹੈ। ਚਰਨ ਕਮਲ ਸੇਵੀ ਰਿਦ ਅੰਤਰ, ਗੁਰ ਪੂਰੇ ਕੇ ਆਧਾਰ। ਪੂਰਾ ਗੁਰ ਲੈ ਕੇ ਉਸ ਨੂੰ ਆਧਾਰ ਬਣਾ ਕੇ ਪ੍ਰਭੂ ਦੇ ਚਰਨ ਕਮਲਾਂ ਨੂੰ ਹਿਰਦੇ ਦੇ ਵਿੱਚ ਸੇਵਨਾ ਹੈ, ਤੇ ਉਹ ਸਾਡੇ ਅੰਦਰੋਂ ਪਰਾਇਆ ਧਨ ਪਰਾਈ ਨਿੰਦਾ ਨੂੰ ਨਿਵਾਰ ਦਿੰਦਾ ਹੈ। ਗ੍ਰਹਿ ਮੰਦਰ ਮਹਿਲਾ ਜੋ ਦੀਸੈ, ਨਾ ਕੋਈ ਸੰਗਾਰ। ਫਿਰ ਸੋਝੀ ਆ ਜਾਂਦੀ ਹੈ ਮਨ ਨੂੰ ਜਦੋਂ ਪ੍ਰਭੂ ਕਿਰਪਾ ਕਰਦਾ ਹੈ, ਕਿ ਜੋ ਘਰ ਹੈ, ਮੰਦਰ ਹੈ, ਮਹਿਲ ਪਰਿਵਾਰ ਕੁਛ ਵੀ ਹੈ, ਇਹ ਆਪਾਂ ਇੱਥੇ ਹੀ ਵਰਤਣੇ ਨੇ। ਇਹ ਵਰਤਣ ਵਾਸਤੇ ਲੋੜ ਵੀ ਹੈ, ਰਹਿਣ ਵਾਸਤੇ। ਜਿਵੇਂ ਆਪਾਂ ਆਪਣੇ ਸਰੀਰ ਤੋਂ ਕੱਪੜਾ ਉਤਾਰ ਕੇ ਉਸ ਨੂੰ ਟਿਕਾਉਂਦੇ ਹਾਂ, ਅਲਮਾਰੀ 'ਚ ਸੰਭਾਲਦੇ ਹਾਂ ਕਿ ਕਿਤੇ ਕੋਈ ਟਿੱਡੀ ਪੁਣਖੀ ਨਾ ਖਰਾਬ ਕਰ ਦੇਵੇ, ਇੱਦਾਂ ਹੀ ਆਪਾਂ ਰਾਤ ਨੂੰ ਸਰੀਰ ਨੂੰ ਛੱਡਦੇ ਹਾਂ, ਕਿਉਂਕਿ ਸਰੀਰ ਰੂਪੀ ਕੱਪੜੇ ਨੂੰ ਉਤਾਰਦੇ ਹਾਂ। ਇਸ ਨੂੰ ਉਤਾਰਨ ਦੇ ਵਾਸਤੇ ਘਰ ਦੀ ਲੋੜ ਹੈ, ਮੰਜੇ ਦੀ ਲੋੜ ਹੈ, ਬਿਸਤਰੇ ਦੀ ਲੋੜ ਹੈ। ਲੇਕਿਨ ਸਾਦੇ 'ਚ ਵੀ ਆਪਾਂ ਰੱਖ ਸਕਦੇ ਹਾਂ, ਤੇ ਬਾਕੀ ਜਿੰਨਾ ਮਰਜ਼ੀ ਪੈਸਾ ਲਾ ਕੇ ਵੀ ਘਰ ਬਣਾ ਸਕਦੇ। ਅਖੀਰ ਰਾਤ ਨੂੰ ਆਪਾਂ ਭੁੱਲਣਾ ਹੁੰਦਾ ਹੈ, ਸਭ ਕੁਛ ਭੁੱਲ ਜਾਣਾ। ਚਾਹੇ ਸਾਡੇ ਕੋਲ ਚੁੰਗੀ 'ਚ ਪਏ ਹਾਂ, ਪਰ ਸੇਫ ਹੋਵੇ ਸਾਡਾ ਸਰੀਰ, ਚਾਹੇ ਅਸੀਂ ਮਹਿਲਾਂ 'ਚ ਪਏ ਹਾਂ। ਪਰ ਇੱਥੇ ਤੱਕ ਹੀ ਨੇ,
ਇੱਥੇ ਸੌਂ ਕੇ ਭੁੱਲ ਜਾਂਦੇ ਹਾਂ। ਇਸ ਕਰਕੇ ਕੁਛ ਵੀ ਸਾਡੇ ਨਾਲ ਨਹੀਂ ਜਾਣਾ, ਸਾਡਾ ਸੰਗੀ ਨਹੀਂ ਹੈ। ਕੁਛ ਸਮੇਂ ਵਾਸਤੇ ਅਸੀਂ ਹਾਂ ਇੱਥੇ, ਜਦੋਂ ਸੌਂ ਜਾਂਦੇ ਸਭ ਕੁਛ ਛੱਡ ਜਾਂਦੇ ਹਾਂ। ਜਬ ਲਗ ਜੀਵੈ ਕਲੀ ਕਾਲ ਮੈਂ, ਜਨ ਨਾਨਕ ਨਾਮ ਸਮਾਰ। ਇਸ ਕਰਕੇ ਸਮਝਾਉਂਦੇ ਨੇ ਕਿ ਜਦ ਤੱਕ ਆਪਾਂ ਇਸ ਕਾਲ ਦੇ ਦੇਸ਼ ਦੇ ਵਿੱਚ ਹਾਂ, ਕਾਲ ਦਾ ਦੇਸ਼ ਦੇ ਵਿੱਚ ਕਦੋਂ ਆਉਂਦੇ ਹਾਂ? ਸਵੇਰੇ ਜਦੋਂ ਹੀ ਅੱਖ ਖੁੱਲ੍ਹਦੀ ਹੈ, ਮਨ ਆ ਕੇ ਪਾਉਣ 'ਚ ਮਿਲਦਾ ਹੈ, ਕਾਲ ਦੇ ਦੇਸ਼ ਵਿੱਚ ਆ ਜਾਂਦਾ ਹੈ। ਰਾਤ ਨੂੰ ਪਾਉਣ ਨੂੰ ਛੱਡਦੇ ਹਾਂ, ਸੌਂ ਜਾਂਦੇ, ਕਾਲ ਦੇ ਦੇਸ਼ ਨੂੰ ਛੱਡ ਜਾਂਦੇ। ਜਿੰਨਾ ਸਮਾਂ ਆਪਾਂ ਸਵੇਰ ਤੋਂ ਲੈ ਕੇ ਸ਼ਾਮ ਤੱਕ ਇਸ ਦੇਸ਼ ਵਿੱਚ ਰਹਿੰਦੇ ਹਾਂ, ਅਤੇ ਜਿੰਨਾ ਸਮਾਂ ਆਪਣਾ ਜੀਵਨ ਹੈ, ਆਪਾਂ ਸੰਸਾਰ 'ਚ ਆਏ, ਆਉਂਦਿਆਂ ਹੀ ਨਾਮ ਦੇ ਨਾਲ ਜੁੜ ਜਾਣਾ ਹੈ। ਸ਼ਾਮ ਨੂੰ ਸੌਣਾ ਹੈ, ਨਾਮ ਨਾਲ ਜੁੜਿਆ ਹੀ ਸੌਂ ਜਾਣਾ ਹੈ। ਸਵੇਰ ਤੋਂ ਲੈ ਕੇ ਸ਼ਾਮ ਤੱਕ ਨਾਮ ਨੂੰ ਧਿਆਉਂਦੇ ਰਹਿਣਾ ਹੈ। ਫਿਰ ਆਪ ਪ੍ਰਭੂ ਸਾਡੀ ਕਿਰਪਾ ਕਰਦਾ ਹੈ। ਪਰ ਤਾਂ ਹੀ ਜਦੋਂ ਦਇਆ ਕਰਦਾ ਹੈ, ਪ੍ਰਗਟ ਹੋਏਗਾ, ਤਾਂ ਹੀ ਆਪਾਂ ਸੰਭਾਲ ਸਕਦੇ ਹਾਂ। ਉਹ ਆਨੰਦ ਮਾਇਆ 'ਚ ਰਹਿ ਕੇ ਵੀ, ਜਿਵੇਂ ਆਪਾਂ ਮਾਤਾ ਦੇ ਗਰਭ ਦੇ ਵਿੱਚ ਅਗਨ ਦੇ ਵਿੱਚ ਰਹਿ ਕੇ ਵੀ ਸਾਨੂੰ ਅਗਨ ਨਹੀਂ ਸੀ ਪਾਉਂਦੀ, ਇੱਦਾਂ ਫਿਰ ਇੱਥੇ ਵੀ ਵਿੱਚ ਰਹਿ ਕੇ ਅਗਨ ਨਹੀਂ ਪਾਉਂਦੀ ਜਿਹੜੀ ਸੰਸਾਰੀ ਲੋਕਾਂ ਨੂੰ ਪਾਉਂਦੀ ਹੈ, ਵੈਦ ਵਿਰੋਧ ਨਫ਼ਰਤ। ਇਹ ਚੀਜ਼ਾਂ ਕਾਮ ਕ੍ਰੋਧ ਇਹ ਪਾਉਂਦਾ ਨਹੀਂ ਹੈ। ਫਿਰ ਜਦੋਂ ਅਸੀਂ ਨਾਮ ਦੇ ਨਾਲ ਜੁੜ ਜਾਂਦੇ ਹਾਂ। ਸੋ ਗੁਰਮੁਖ ਪਿਆਰਿਓ, ਹੁਣ ਨਾਲ ਆਪਾਂ ਧਿਆਉਣਾ ਹੈ, ਕਿਵੇਂ ਜੁੜਨਾ ਹੈ, ਕਿਵੇਂ ਮਨ ਨੂੰ ਪ੍ਰਭੂ ਦੇ ਚਰਨਾਂ 'ਚ ਜੋੜਨਾ ਹੈ, ਕਿਵੇਂ ਜਿਵੇਂ ਮਾਂ ਦੇ ਗਰਭ ਵਿੱਚ ਬੱਚਾ ਸੰਭਾਲਦਾ ਸੀ, ਕਿਵੇਂ ਆਪਾਂ ਵੀ ਉਵੇਂ ਸਿਮਰਨਾ ਹੈ। ਕਿਉਂਕਿ ਆਪਾਂ ਪੜ੍ਹਦੇ ਹਾਂ, ਇਹ ਮਨ ਮੇਰਿਆ ਤੂੰ ਸਦਾ ਸੱਚ ਸੰਭਾਲੇ, ਇਹ ਕੁਟੰਬ ਤੂੰ ਜੇ ਦੇਖਦਾ, ਚੱਲੈ ਨਾਹੀ ਤੇਰੇ ਨਾਲੇ। ਸਾਥ ਤੇਰਾ ਚੱਲੈ ਨਾਹੀ, ਤਿਸ ਨਾਲ ਕਿਉਂ ਚਿਤ ਲਾਈਐ, ਐਸਾ ਕੰਮ ਮੂਲੇ ਨਾ ਕੀਚੈ, ਜਿਤ ਅੰਤ ਪਛੋਤਾਈਐ। ਸਤਿਗੁਰ ਕਾ ਉਪਦੇਸ਼ ਸੁਣ ਤੂੰ, ਹੋਵੈ ਤੇਰੇ ਨਾਲੇ, ਕਹਿ ਨਾਨਕ ਮਨ ਪਿਆਰੇ, ਤੂੰ ਸਦਾ ਸੱਚ ਸੰਭਾਲੇ। ਹੁਣ ਮਨ ਨੇ ਸੱਚ ਨੂੰ ਕਿਵੇਂ ਸੰਭਾਲਣਾ ਹੈ? ਸੱਚ ਕਿੱਥੋਂ ਸ਼ੁਰੂ ਹੋ ਜਾਂਦਾ ਹੈ? 9 ਦਰਾਂ ਦਾ ਜਿਹੜਾ ਸਾਡਾ ਸਰੀਰ ਹੈ, ਇਹ ਝੂਠ ਹੈ, ਮਿਥਿਆ ਹੈ। ਅਤੇ ਜਿੱਥੇ 9 ਦਰ ਖਤਮ ਹੋ ਜਾਂਦੇ ਨੇ, ਉੱਥੋਂ ਜਿਹੜਾ ਅੱਗੇ ਹੈ ਸੱਚ ਸ਼ੁਰੂ ਹੋ ਜਾਂਦਾ ਹੈ, ਜਿਹੜਾ ਨਿਰਗੁਣ ਹੈ। ਇੱਕ ਸਰਗੁਣ ਹੈ, ਨਿਰਗੁਣ ਹੈ। ਸਰਗੁਣ ਨਾਸਵਾਨ ਹੈ, ਨਿਰਗੁਣ ਅਬਿਨਾਸੀ ਹੈ। ਹੁਣ ਨਿਰਗੁਣ ਦੇ ਵਿੱਚ ਕੀ ਹੈ ਕਿ ਪੌਣ ਤੇ ਨਾਮ, ਮਾਇਆ ਤੇ ਬ੍ਰਹਮ ਮਿਕਸ ਨੇ, ਰਲੇ ਨੇ। ਜਿਵੇਂ ਦੁੱਧ ਹੁੰਦਾ ਹੈ, ਦੁੱਧ ਦੇ ਵਿੱਚ ਘਿਓ ਦਿਸਦਾ ਨਹੀਂ ਹੈ, ਇੱਦਾਂ ਹੀ ਇੱਥੇ ਸਾਨੂੰ ਬ੍ਰਹਮ ਦਿਸਦਾ ਨਹੀਂ ਹੈ। ਇੱਦਾਂ ਹੀ ਜਿਵੇਂ ਲੱਕੜ ਹੈ, ਸੁੱਕੀ ਲੱਕੜ ਹੈ, ਉਸਦੇ ਵਿੱਚ ਅੱਗ ਹੈ, ਦਿਸਦੀ ਨਹੀਂ ਹੈ। ਪੰਪਾਂ 'ਤੇ ਡੀਜ਼ਲ ਹੈ, ਪੈਟਰੋਲ ਹੈ, ਇਸ ਦੇ ਵਿੱਚ ਅੱਗ ਹੈ, ਦਿਸਦੀ ਨਹੀਂ ਹੈ। ਗੈਸਾਂ ਨੇ, ਅੱਗ ਹੈ, ਦਿਸਦੀ ਨਹੀਂ ਹੈ, ਪਰ ਪ੍ਰਗਟ ਕਰਦੇ ਹਾਂ, ਦਿਸਦੀ ਹੈ। ਚੁੱਲ੍ਹਾ ਜਗਾਉਂਦੇ ਹਾਂ ਅਤੇ ਅੱਗ ਦਿਸਣੀ ਸ਼ੁਰੂ ਹੋ ਜਾਂਦੀ। ਉਹ ਅੱਗ ਕੀ ਹੈ? ਉਹ ਗੈਸ ਹੀ ਹੈ। ਜਦੋਂ ਗੈਸ ਮੁੱਕ ਗਈ, ਅੱਗ ਬੁਝੇਗੀ। ਇੱਦਾਂ ਹੀ ਇੱਥੇ ਪਰਮੇਸ਼ਰ ਹੈ, ਇੱਥੇ ਸਾਹਮਣੇ ਨਿਰਗੁਣ ਦੇ ਵਿੱਚ, ਲੇਕਿਨ ਦਿਸਦਾ ਨਹੀਂ ਹੈ। ਕਿਉਂਕਿ ਜਿਵੇਂ ਦੁੱਧ ਹੈ, ਉਹ ਮੈਂ ਇੱਥੇ ਮਿਕਸ ਹੈ, ਇੱਕ ਦੂਜੇ 'ਚ ਮਿਲੇ, ਜਿਹਨੂੰ ਕਹਿੰਦੇ ਮਾਇਆ ਬ੍ਰਹਮ ਰਮੈ ਸਭ ਸੰਗ। ਸਾਡੇ ਕੋਲ ਜੁਗਤੀ ਹੈ, ਜਿਸ ਜੁਗਤੀ ਦੁਆਰਾ ਆਪਾਂ ਪੌਣ ਨੂੰ ਅੱਡ ਕਰ ਲੈਂਦੇ ਹਾਂ, ਨਾਮ ਨੂੰ ਅੱਡ ਕਰ, ਜਿਵੇਂ ਦਹੀਂ ਜਮਾ ਲੈਂਦੇ ਹਾਂ, ਪਾਣੀ ਅੱਡ ਹੋ ਜਾਂਦਾ ਹੈ। ਦਹੀਂ ਜਮਾ ਕੇ ਰਿੜ ਕੇ ਲੱਸੀ ਅੱਡ ਹੋ ਜਾਂਦੀ ਹੈ, ਮੱਖਣ ਅੱਡ ਹੋ ਜਾਂਦਾ ਹੈ।
ਇੱਦਾਂ ਹੀ ਅਸੀਂ ਇੱਥੇ ਨਾਮ ਤੇ ਪਾਉਣ ਨੂੰ ਅੱਡ ਕਰ ਲੈਂਦੇ ਹਾਂ, ਵੱਖਰੇ ਵੱਖਰੇ ਕਰ ਲੈਂਦੇ ਹਾਂ। ਪਾਉਣ ਸਰੀਰ ਨਾਲ ਰਹਿ ਜਾਂਦਾ ਹੈ, ਪਾਉਣ ਦਾ ਸੰਬੰਧ ਸਾਡੇ ਮਨ ਦਾ ਸੰਬੰਧ ਨਾਮ ਨਾਲ ਜੁੜ ਜਾਂਦਾ ਹੈ। ਮਨ ਦੀ ਲਿਵ ਨਾਮ ਨਾਲ ਜੁੜ ਜਾਂਦੀ ਹੈ, ਤਨ ਪਾਉਣ ਨਾਲ ਜੁੜਿਆ ਰਹਿੰਦਾ ਹੈ, ਕਿਉਂਕਿ ਤਨ ਵਾਸਤੇ ਪਾਉਣ ਬਹੁਤ ਜ਼ਰੂਰੀ ਹੈ, ਮਨ ਵਾਸਤੇ ਪਾਉਣ ਨਹੀਂ ਜ਼ਰੂਰੀ, ਨਾਮ ਜ਼ਰੂਰੀ ਹੈ। ਸੋ ਇਸ ਤਰੀਕੇ ਨਾਲ ਫਿਰ ਆਪਣਾ ਦੋਨੋਂ ਕੰਮ ਹੁੰਦੇ ਨੇ, ਆਪਣਾ ਜੀਵਨ ਸਫਲ ਹੋ ਜਾਂਦਾ ਹੈ, ਨਾਮ ਨਾਲ ਜੁੜ ਜਾਂਦਾ ਹੈ ਮਨ। ਹੁਣ ਇਹ ਕਰਨਾ ਕਿਵੇਂ ਹੈ? ਮਨ ਜਿਹੜਾ ਪਾਉਣ 'ਚ ਮਿਲ ਕੇ ਨੇਤਰਾਂ 'ਚ ਬਹਿ ਜਾਂਦਾ ਹੈ, ਲੇਕਿਨ ਰਸਤਾ ਭੁੱਲ ਜਾਂਦਾ ਹੈ। ਹੁਣ ਉਸ ਰਸਤੇ ਨੂੰ ਆਪਾਂ ਚੱਲਣਾ ਹੈ। ਦੋ ਨੇਤਰ ਨੇ, ਦੋਨਾਂ 'ਚ ਜੋਤ ਹੈ, ਅਸੀਂ ਇੱਕ ਤੋਂ ਦੋ ਹੋ ਗਏ ਹਾਂ। ਸਾਡੇ ਮਸਤਕ ਤੇ ਸਾਰਿਆਂ ਦੇ ਮਾਲਕ ਹੈ, ਮਸਤਕ ਤੇ ਮਾਲਕ ਹੈ। ਮਸਤਕ ਪਦਮ ਦੁਆਲੇ ਮਨੀ, ਮਾਹੇ ਨਿਰੰਜਨ ਤ੍ਰਿਭੁਵਨ ਤਨੀ। ਸਾਰਿਆਂ ਦੇ ਮਸਤਕ ਤੇ ਪਰਮੇਸ਼ਰ ਵਸਦਾ ਹੈ, ਲੇਕਿਨ ਗੁਪਤ ਹੈ। ਜਿਸ ਤੇ ਖੁਸ਼ ਹੁੰਦਾ ਉਹਦੇ ਪ੍ਰਗਟ ਹੋ ਜਾਂਦਾ ਹੈ। ਜਿਸ ਨੂੰ ਪ੍ਰਗਟ ਹੋ ਜਾਂਦਾ ਹੈ ਉਹ ਫਿਰ ਸਾਨੂੰ ਤਰੀਕਾ ਦੱਸਦਾ ਕਿ ਸਾਡੇ ਸਾਰਿਆਂ ਦੇ ਮਸਤਕ ਤੇ ਪ੍ਰਗਟ ਹੋ ਜਾਏਗਾ, ਪਰ ਸਾਨੂੰ ਆ ਤਰੀਕਾ ਵਰਤਣਾ ਪਏਗਾ। ਪ੍ਰਗਟੇ ਗੋਪਾਲ ਮਹਾਂਤ ਕਾ ਮਥੇ। ਕਿਉਂਕਿ ਸਾਨੂੰ ਗੁਪਤ ਕਿਵੇਂ ਹੋ ਗਿਆ? ਸਾਡੇ ਕੇਸਾਂ ਤੋਂ ਗੰਗਾ ਵਹਿੰਦੀ ਹੈ, ਨਦੀ ਵਹਿੰਦੀ ਹੈ, ਜਿਸ ਨੂੰ ਆਪਾਂ ਸਰਸਵਤੀ ਵੀ ਕਹਿ ਸਕਦੇ ਹਾਂ। ਲੇਕਿਨ ਜਦੋਂ ਇੱਥੇ ਆਉਂਦੀ ਹੈ ਤੇ ਇੱਥੇ ਆ ਕੇ ਇਹ ਸਾਡਾ ਨੱਕ ਵਿੱਚ ਆ ਜਾਂਦਾ, ਉਸ ਨੂੰ ਦੋ ਕਰ ਦਿੰਦਾ ਹੈ, ਇੱਕ ਤੋਂ ਦੋ ਹੋ ਜਾਂਦੇ ਨੇ। ਤੇ ਦੋ ਹੋਣ ਕਰਕੇ ਸਾਨੂੰ ਆਪੇ ਦਾ ਗਿਆਨ ਭੁੱਲ ਜਾਂਦਾ ਹੈ। ਹੁਣ ਜਦੋਂ ਅਸੀਂ ਇਸ ਨੂੰ ਹਟਾ ਦਿੰਦੇ ਹਾਂ ਵਿੱਚੋਂ, ਫਿਰ ਇੱਕ ਹੋ ਜਾਂਦਾ ਹੈ। ਕਿਉਂਕਿ ਜਿਵੇਂ ਪਾਣੀ ਚੱਲਦਾ ਹੈ, ਜੇ ਕੋਈ ਵਿਚਾਲੇ ਕੁਛ ਹੈ, ਕੋਈ ਉੱਚੀ ਥਾਂ ਹੈ, ਉਹ ਪਾਣੀ ਨੂੰ ਦੋ ਪਾਸਿਆਂ ਨੂੰ ਵੰਡ ਦਿੰਦਾ ਹੈ। ਇੱਦਾਂ ਹੀ ਸਾਡੀ ਜੋਤ ਨੂੰ ਦੋ ਦੇ ਵਿੱਚ ਵੰਡ ਦਿੱਤਾ ਹੈ। ਤੇ ਇਸ ਨੂੰ ਫਿਰ ਆਪਾਂ ਇੱਕ ਕਰਨਾ ਹੈ। ਹੁਣ ਇਸ ਦਾ ਤਰੀਕਾ ਕੀ ਹੈ? ਆਪਾਂ ਨੂੰ ਦੱਸਿਆ ਹੈ ਕਿ ਆਪਾਂ ਇਹਨਾਂ ਦੋਨਾਂ ਨੂੰ ਇਸ ਪੁਆਇੰਟ ਤੇ ਫਿਰ ਸਮ ਕਰ ਦੇਣਾ ਹੈ। ਦੋਨਾਂ ਨੇਤਰਾਂ ਨੂੰ ਇਸ ਪੁਆਇੰਟ ਤੇ ਸਮ ਕਰ ਦੇਣਾ ਹੈ। ਇਸ ਪੁਆਇੰਟ ਤੇ ਦ੍ਰਿਸ਼ਟੀ ਫੋਕਸ ਕਰਕੇ ਆਪਾਂ ਇਹ ਦੇਖਣਾ ਹੁੰਦਾ ਹੈ ਕਿ ਸਾਡਾ ਮਨ ਇੱਕ ਜੋਤ ਹੈ ਕਿ ਦੋ ਹੈ। ਅਸੀਂ ਦੋ ਦ੍ਰਿਸ਼ਟੀ ਵਿੱਚ ਹਾਂ ਕਿ ਇੱਕ 'ਚ ਹਾਂ। ਜੇਕਰ ਇੱਥੇ ਦ੍ਰਿਸ਼ਟੀ ਫੋਕਸ ਕਰਨ ਦੇ ਨਾਲ ਸਾਨੂੰ ਇਹ ਨੱਕ ਦਿਸਦਾ ਹੈ, ਫਿਰ ਸੁਭਾਵਿਕ ਹੈ ਕਿ ਅਸੀਂ ਦੋ ਜੋਤ ਹਾਂ। ਅਗਰ ਨੱਕ ਨਹੀਂ ਦਿਸਦਾ, ਫਿਰ ਇਹ ਹਟ ਗਿਆ, ਫਿਰ ਸਾਨੂੰ ਦੋ ਨਹੀਂ ਹੁੰਦਾ, ਫਿਰ ਆਪਾਂ ਇੱਕ ਜੋਤ ਹਾਂ। ਜੇਕਰ ਆਪਾਂ ਨੱਕ ਨਜ਼ਰ ਆਉਂਦਾ ਹੈ, ਦੋ ਜੋਤ ਹਾਂ, ਫਿਰ ਆਪਾਂ ਇਹ ਦੇਖਣਾ ਹੁੰਦਾ ਹੈ ਕਿ ਕਿਸ ਪਾਸੇ ਨੂੰ ਚੱਲਦੇ ਹਾਂ। ਸੱਜੇ ਜ਼ਿਆਦਾ ਹੈ, ਖੱਬੇ ਜ਼ਿਆਦਾ ਹੈ, ਇੱਧਰ ਨੂੰ ਆਉਂਦਾ ਹੈ ਜਾਂ ਇੱਧਰ ਨੂੰ, ਜਾਂ ਦਵੱਲੇ ਚੱਲਦਾ ਹੈ। ਇਹਨਾਂ ਆਪਣੇ ਆਪ ਨੂੰ ਦੇਖਣਾ ਹੈ। ਕਿਸੇ ਦਾ ਇੱਧਰ ਜ਼ਿਆਦਾ ਧਿਆਨ ਹੈ, ਇਸ ਪਾਸੇ ਜ਼ਿਆਦਾ, ਉਹਨਾਂ ਨੂੰ ਇਸ ਪਾਸੇ ਖੱਬੇ ਪਾਸੇ ਨੱਕ ਦੇ। ਕਿਸੇ ਦਾ ਧਿਆਨ ਜ਼ਿਆਦਾ ਇੱਧਰ ਹੈ, ਬਾਹਾਂ ਇੱਧਰ ਹੈ, ਉਹਨਾਂ ਨੂੰ ਇਸ ਪਾਸੇ ਦਿਸਦਾ ਹੈ। ਕਿਤੇ ਦਵੱਲੇ ਹੀ ਆਉਂਦਾ ਹੈ, ਉਹਨਾਂ ਨੂੰ ਦੋਨੋਂ ਪਾਸੇ ਤੋਂ ਨੱਕ ਨਜ਼ਰ ਆਏਗਾ। ਤੇ ਜਦੋਂ ਇੱਕ ਦ੍ਰਿਸ਼ਟ ਹੋ ਗਏ, ਨੱਕ ਨਜ਼ਰ ਨਹੀਂ ਆਏਗਾ। ਜੇ ਆਏਗਾ ਸਿਰਫ ਇਸ ਪਾਸੇ ਹਲਕਾ ਹਲਕਾ ਪਰਛਾਈ ਆਏਗੀ। ਸੋ ਇਸ ਵਾਸਤੇ ਸਮਝ ਲਓ ਆਪਾਂ ਕਿਵੇਂ ਕਰਨਾ ਹੈ। ਹੋ ਸਕਦਾ ਕੋਈ ਨਵੇਂ ਜੀਵ ਹੋਣ। ਪਹਿਲਾਂ ਇਸ ਪੁਆਇੰਟ ਤੇ ਦ੍ਰਿਸ਼ਟੀ ਫੋਕਸ ਕਰਕੇ ਆਪਾਂ ਦੇਖਾਂਗੇ ਕਿ ਨੱਕ ਦਿਸਦਾ ਜਾਂ ਨਹੀਂ। ਜੇ ਨਹੀਂ ਦਿਸਦਾ, ਇੱਕ ਦ੍ਰਿਸ਼ਟ ਹਾਂ। ਜੇ ਦਿਸਦਾ ਹੈ, ਫਿਰ ਕਿਸ ਪਾਸੇ ਦਿਸਦਾ? ਖੱਬੇ ਦਿਸਦਾ, ਸੱਜੇ, ਜਾਂ ਦੋਨੋਂ ਪਾਸੇ ਤੋਂ। ਇੰਨਾ ਆਪਾਂ ਦੇਖਣਾ ਹੈ ਪਹਿਲਾਂ। ਫਿਰ ਮੈਂ ਆਪ ਜੀ ਨੂੰ ਆਵਾਜ਼ ਦੇਵਾਂਗਾ ਕਿ ਧਿਆਨ ਸਾਹਮਣੇ ਲੈ ਕੇ ਆਓ। ਫਿਰ ਆਪਾਂ ਇੱਥੋਂ ਸਾਹਮਣੇ ਦੇਖਣਾ ਹੈ। ਫਿਰ ਮੈਂ ਆਵਾਜ਼ ਦੇਵਾਂਗਾ ਕਿ ਧਿਆਨ ਮਸਤਕ ਦੇ ਸਾਹਮਣੇ ਲੈ ਜਾਓ। ਫਿਰ ਆਪਾਂ ਪਲਕਾਂ ਉੱਤੇ ਚੁੱਕਦੇ।
फिर जदों कहांगा सामने, फिर वापस सामने देखना है। फिर जदों कहांगा सम करके देखो, फिर इस पॉइंट ते दृष्टि फोकस करके फिर देखना है। जे पहला नक दिसदा सी, विश्वास दे नाल आपां ध्यान लगाउणा है, ते फिर वापस आके देखना है। जे सानू नक दिसणों हट गया, असीं एक दृष्ट हो गए, क्योंकि आ ढेरी टह गई जिहड़ी विचाले सी। इसे करके ही हंकार है, ये हौमे दी है। ढेरी टाहो साध संग आह बुध विकराल, कहंदे इस नूं ढा देना है। ते जदों नक दिसणों हट गया तो समझ लो असीं एक दृष्ट हो गए, ढेरी टह गई। ते फिर आपां ध्यान नीचे लावांगे। सब तो पहला नीचे प्रकाश देखांगे, फिर ज्यों ज्यों प्यार पएगा तो आउंदे जावांगे, सारे पासे सानू अनुभव होना शुरू हो जाएगा। सो आओ पहला नेत्र सम करके अपने आप नू देखिए, आपे दी परख करिए। सामने लेके आइए ध्यान, सामने देखो जी। मस्तक दे सामने ले पलक उत्ते चुको। फिर सामने ले, फिर नक ते सम करके देखो, दृष्टि फोकस करके। हुण देखो, जे पहला नक नज़र आउंदा सी किसी जीव नूं नवें नूं, कि हुण दिसणों हट गया। इस पासे एक परछाई की तरह नज़र आ सकता है, खब्बे पासे। सज्जा पासा नहीं सानू नज़र आना चाहिए, क्योंकि ये पासा आपां बंद कर देना, रास्ता बंद करना है, इस पासे नूं चलना है। ध्यान नीचे ले जाओ, जिथे आप बैठे जो थले कपड़ा वगैरह विछया है, चादर फर्श जो भी है, उस तो थोड़ा ऊपर देखने की कोशिश करनी है। स्पेस दे विच जिहड़ी उपर खला है, खाली खला निराकार, उस दे विच आपां देखने की कोशिश करनी है। चादर तो थोड़ा उपर, उत्थे सानू पानी की तरह प्रकाश अनुभव होना शुरू हो जाएगा। जिवें सरोवर दे विच जल दीयां लहरां आउंदियां, इदां ही इत्थे सानू प्रकाश दीयां लहरां
ਅਨੁਭਵ ਹੋਣੀਆਂ ਸ਼ੁਰੂ ਹੋ ਜਾਣਗੀਆਂ। ਸਮ ਕਰਕੇ ਦੇਖੀ ਆਪਣੇ ਆਪ ਨੂੰ। फिर नीचे लाए जो ध्यान, फिर सम करके देखिए अपने आप ਨੂੰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਗੁਰਮੁਖ ਪਿਆਰਿਓ, ਇਸ ਤਰੀਕੇ ਨਾਲ ਇਸ ਪੁਆਇੰਟ 'ਤੇ ਇੱਥੇ ਸਵਾਸ ਗ੍ਰਾਸ 'ਤੇ ਆਉਣਾ ਹੈ ਅਤੇ ਫਿਰ ਨੀਚੇ ਜਿਹੜਾ ਆਪਾਂ ਕਿਹਾ ਸੀ ਕਿ ਮਨ ਨੂੰ ਸਾਰਿਆਂ ਦੀ ਰੇਨ ਬਣਾਉਣਾ ਹੈ। ਫਿਰ ਸਮ, ਫਿਰ ਨੀਚੇ, ਫਿਰ ਸਮ, ਫਿਰ ਇੱਦਾਂ ਆਪਾਂ ਧਿਆਨ ਲਗਾਵਾਂਗੇ। ਇੱਥੇ ਪ੍ਰਕਾਸ਼ ਦਾ ਰੰਗ ਸਾਡੇ ਮੁੱਖ 'ਤੇ ਚੜ੍ਹਨਾ ਸ਼ੁਰੂ ਹੋ ਜਾਏਗਾ। ਇਸ ਪਾਸੇ ਪਹਿਲਾਂ ਸਾਨੂੰ ਨੱਕ ਪ੍ਰਕਾਸ਼ ਦਿਸਣਾ ਸ਼ੁਰੂ ਹੋ ਜਾਏਗਾ, ਸ਼ੀਸ਼ੇ ਵਾਂਗੂ। ਆਪਣਾ ਨੱਕ ਕਿਹੋ ਜਿਹਾ ਹੋ ਜਾਏਗਾ? ਜਿਵੇਂ ਸ਼ੀਸ਼ਾ ਹੁੰਦਾ ਹੈ, ਸ਼ੀਸ਼ੇ ਤਰ੍ਹਾਂ ਦਿਸੇਗਾ ਸਾਨੂੰ। ਫਿਰ ਸਾਹਮਣੇ ਪਹਿਚਾਣਾਂਗੇ, ਉਹੀ ਸ਼ੀਸ਼ ਮਹਿਲ ਦੀ ਤਰ੍ਹਾਂ ਸਾਨੂੰ ਨਜ਼ਰ ਆਉਣਾ ਸ਼ੁਰੂ ਹੋ ਜਾਏਗਾ। ਮੁੱਖ ਸਾਡਾ ਸਾਰਾ ਹੌਲੀ ਹੌਲੀ ਪ੍ਰਕਾਸ਼ ਹੋ ਜਾਏਗਾ। ਮਸਤਕ ਤੱਕ ਸਾਰਾ ਆਪਾਂ ਨੂੰ ਇਹ ਲੱਗੇਗਾ ਕਿ ਇਹ ਉੱਪਰ ਸਾਡੀ ਧੜ ਤੋਂ ਉਤਲਾ ਜਿਹੜਾ ਸਾਰਾ ਹਿੱਸਾ ਹੈ,
ਇਹ ਪ੍ਰਕਾਸ਼ ਹੋ ਗਿਆ ਹੈ। ਤੇ porque ਪ੍ਰਕਾਸ਼ ਹੀ ਪਰਮੇਸ਼ਰ ਹੈ ਤੇ ਪ੍ਰਕਾਸ਼ ਹੀ ਆਪਣਾ ਰੂਪ ਹੋ ਜਾਂਦਾ ਹੈ ਤੇ ਆਪਾਂ ਉਹਦੇ 'ਚ ਮਿਲ ਕੇ ਉਸ ਦਾ ਰੂਪ ਹੋ ਜਾਂਦੇ ਹਾਂ ਤੇ ਉਹ ਸਾਡੇ 'ਚ ਸਮਾ ਜਾਂਦਾ, ਆਪਾਂ ਉਹਦੇ ਵਿੱਚ ਸਮਾ ਜਾਂਦੇ ਹਾਂ। ਇਸ ਤਰੀਕੇ ਦੇ ਨਾਲ ਆਪਣਾ ਜਿਹੜਾ ਜੀਵਨ ਹੈ ਸਫਲ ਹੋ ਜਾਂਦਾ ਹੈ। ਆਪਾਂ ਨੂੰ ਜਨਮ ਮਰਨ ਖਤਮ ਹੋ ਜਾਂਦਾ ਹੈ। ਮਨ ਪ੍ਰਕਾਸ਼ ਹੋ ਗਿਆ। ਜਿਹੜਾ ਭਾਰ ਸੀ, ਪਾਪਾਂ ਦੀ ਮੈਲ ਸੀ, ਉਹ ਉਤਰ ਜਾਂਦੀ ਹੈ ਤੇ ਸਾਡਾ ਲੋਕ ਸੁਖੀ ਤੇ ਪਰਲੋਕ ਸੁਹੇਲਾ ਹੋ ਜਾਂਦਾ ਹੈ। ਸੋ ਪਿਆਰਿਓ, ਇੰਨੀ ਕੁ ਵਿਚਾਰ ਕਰਦੇ ਹਾਂ। ਬਹੁਤ ਸਾਰੀਆਂ ਭੁੱਲਾਂ ਹੋ ਜਾਂਦੀਆਂ ਹਨ। ਆਪ ਸੰਗਤ ਸਤਿਗੁਰੂ ਜੀ ਬਖਸ਼ਣਯੋਗ ਹੋ, ਬਖਸ਼ ਲੈਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।